ਭੇਟ ਲੱਗੀ ਰਹੀ ਫੋਨ ਆਈ ਗਏ ਫਿਰ ਇੱਕ ਮੱਖਣ ਸੀ ਉਹਦਾ ਰਜੀਤ ਦਾ ਉਹ ਆਇਆ ਫਿਰ ਰਜੀਤ ਦਾ ਪ੍ਰਭੂ ਦੇ ਬਚਨ ਦੇ ਵਿੱਚੋਂ ਅਸੀਂ 20ਵੇਂ ਭਾਗ ਤੇ ਆ ਗਏ ਹਾਂ। ਸੋ ਆਓ ਇਸ ਤੋਂ ਪਹਿਲਾਂ ਅਸੀਂ ਅੱਗੇ ਜਾਈਏ 20ਵੇਂ ਭਾਗ ਨੂੰ ਅਸੀਂ ਸਾਰੇ ਦੇ ਸਾਰੇ ਨੂੰ ਪੜ੍ਹਦੇ ਹਾਂ ਔਰ ਫਿਰ ਅਸੀਂ ਇਸ ਦੇ ਵਿੱਚੋਂ ਪ੍ਰਭੂ ਸਾਨੂੰ ਕੀ ਦਿਖਾਉਂਦਾ ਪਿਆ ਉਹਨਾਂ ਚੀਜ਼ਾਂ ਨੂੰ। दस हुक्म ਅਬਰਾਹਮ ਅਤੇ ਅਬੀਮਲਕ। ਤਦ ਅਬਰਾਹਮ ਉੱਥੋਂ ਦੱਖਣ ਦੇ ਪਾਸੇ ਗਿਆ ਅਤੇ ਕਾਦੇਸ਼ ਅਤੇ ਸੂਰ ਦੇ ਇਲਾਕਿਆਂ ਦੇ ਵਿਚਕਾਰ ਰਹਿਣ ਲੱਗਾ, ਪਰ ਪਿੱਛੋਂ ਗਰਾਰ ਦੇ ਇਲਾਕੇ ਵਿੱਚ ਚਲਾ ਗਿਆ। ਅਬਰਾਮ ਨੇ ਸਾਰਾ ਦੇ ਬਾਰੇ ਕਿਹਾ, ਇਹ ਮੇਰੀ ਭੈਣ ਹੈ। ਇਸ ਲਈ ਗਰਾਰ ਦੇ ਰਾਜਾ ਅਬੀਮਲਕ ਨੇ ਸਾਰਾ ਨੂੰ ਆਪਣੇ ਲਈ ਮੰਗਾ ਲਿਆ। ਪਰ ਪਰਮੇਸ਼ਵਰ ਨੇ ਸੁਪਨੇ ਵਿੱਚ ਅਬੀਮਲਕ ਨੂੰ ਦਿਖਾਈ ਦੇ ਕੇ ਕਿਹਾ, ਦੇਖ ਤੂੰ ਮਰਨ ਵਾਲਾ ਹੈ, ਕਿਉਂਕਿ ਤੂੰ ਜਿਸ ਨੂੰ ਆਪਣੇ ਘਰ ਲੈ ਆਇਆ ਹੈ ਉਹ ਉਸ ਆਦਮੀ ਦੀ ਪਤਨੀ ਹੈ। ਅਬੀਮਲਕ ਅਜੇ ਸਾਰਾ ਕੋਲ ਨਹੀਂ ਗਿਆ ਸੀ, ਇਸ ਲਈ ਉਸਨੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ, ਕੀ ਤੂੰ ਨਿਰਦੋਸ਼ੀਆਂ ਦਾ ਘਾਤ ਕਰੇਂਗਾ? ਕੀ ਅਬਰਾਹਮ ਨੇ ਆਪ ਹੀ ਨਹੀਂ ਕਿਹਾ ਸੀ, ਉਹ ਮੇਰੀ ਭੈਣ ਹੈ? ਫਿਰ ਸਾਰਾ ਨੇ ਵੀ ਕਿਹਾ, ਉਹ ਮੇਰਾ ਭਰਾ ਹੈ। ਮੈਂ ਤਾਂ ਜੋ ਵੀ ਕੀਤਾ ਦਿਲ ਦੀ ਪੂਰੀ ਸਫਾਈ ਨਾਲ ਕੀਤਾ ਸੀ। ਤਦ ਪਰਮੇਸ਼ਵਰ ਨੇ ਅਬੀਮਲਕ ਨੂੰ ਕਿਹਾ, ਹਾਂ, ਇਹ ਠੀਕ ਹੈ ਕਿ ਤੂੰ ਜੋ ਵੀ ਕੀਤਾ ਪੂਰੀ ਦਿਲ ਦੀ ਸਫਾਈ ਨਾਲ ਕੀਤਾ। ਇਸੇ ਲਈ ਮੈਂ ਤੈਨੂੰ ਆਪਣੇ ਵਿਰੁੱਧ ਪਾਪ ਨਾ ਕਰਨ ਦਿੱਤਾ ਅਤੇ ਨਾ ਹੀ ਤੈਨੂੰ ਉਸ ਔਰਤ ਨੂੰ ਹੱਥ ਲਾਉਣ ਦਿੱਤਾ। ਤੂੰ ਉਸ ਔਰਤ ਨੂੰ ਉਸਦੇ ਘਰ ਵਾਲੇ ਨੂੰ ਮੋੜ ਦੇ। ਉਹ ਆਦਮੀ ਨਬੀ ਹੈ, ਉਹ ਤੇਰੇ ਲਈ ਪ੍ਰਾਰਥਨਾ ਕਰੇਗਾ ਤੇ ਤੂੰ ਬਚ ਜਾਵੇਂਗਾ। ਪਰ ਤੂੰ ਜੇਕਰ ਉਸ ਔਰਤ ਨੂੰ ਵਾਪਸ ਨਹੀਂ ਮੋੜੇਗਾ ਤਾਂ ਤੂੰ ਸੱਚਮੁੱਚ ਅਤੇ ਤੇਰਾ ਟੱਬਰ ਵੀ ਮਾਰੇ ਜਾਓਗੇ। ਸੋ ਅਬੀਮਲਕ ਨੇ ਅਗਲੀ ਸਵੇਰੇ ਆਪਣੇ ਦਰਬਾਰੀਆਂ ਨੂੰ ਸੱਦ ਕੇ ਸਭ ਗੱਲਾਂ ਦੱਸੀਆਂ ਅਤੇ ਉਹ ਸਭ ਇਹ ਸੁਣ ਕੇ ਡਰ ਗਏ। ਤਦ ਅਬੀਮਲਕ ਨੇ ਅਬਰਾਹਮ ਨੂੰ ਸੱਦ ਕੇ ਕਿਹਾ, ਤੂੰ ਸਾਡੇ ਨਾਲ ਕੀ ਕੀਤਾ? ਮੈਂ ਤੇਰੇ ਨਾਲ ਕਿਹੜਾ ਬੁਰਾ ਵਰਤਾਅ ਕੀਤਾ ਸੀ ਕਿ ਤੂੰ ਮੇਰੇ ਅਤੇ ਮੇਰੀ ਪਰਜਾ ਦੇ ਉੱਤੇ ਮੁਸੀਬਤ ਲਿਆਂਦੀ? ਤੂੰ ਮੇਰੇ ਵਿਰੁੱਧ ਉਹ ਕੰਮ ਕੀਤਾ ਹੈ ਜੋ ਕੋਈ ਦੂਜਾ ਨਹੀਂ ਕਰ ਸਕਦਾ। ਤੂੰ ਇਹ ਸਭ ਮੇਰੇ ਨਾਲ ਕੀ ਸੋਚ ਕੇ ਕੀਤਾ? ਅਬਰਾਹਮ ਨੇ ਉੱਤਰ ਦਿੱਤਾ, ਮੈਂ ਇਹ ਸਭ ਇਸ ਲਈ ਕੀਤਾ ਕਿਉਂਕਿ ਮੈਂ ਸੋਚਦਾ ਸਾਂ ਕਿ ਇਸ ਥਾਂ ਤੇ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ ਅਤੇ ਤੇਰੇ ਲੋਕ ਮੈਨੂੰ ਮੇਰੀ ਪਤਨੀ ਦੇ ਕਾਰਨ ਮਾਰ ਦੇਣਗੇ। ਦੂਜਾ ਇਹ ਵੀ ਸੱਚ ਹੈ ਕਿ ਉਹ ਮੇਰੀ ਪਿਤਾ ਵੱਲੋਂ ਭੈਣ, ਪਰ ਮਾਂ ਵੱਲੋਂ ਨਹੀਂ। ਅਸੀਂ ਦੋਨੋਂ ਇੱਕੋ ਹੀ ਪਿਓ ਤੋਂ ਪੈਦਾ ਹੋਏ, ਪਰ ਸਾਡੀਆਂ ਮਾਵਾਂ ਵੱਖ-ਵੱਖ ਹਨ। ਪਰ ਪਿੱਛੋਂ ਅਸੀਂ ਦੋਹਾਂ ਨੇ ਵਿਆਹ ਕਰ ਲਿਆ। ਇਸ ਲਈ ਜਦੋਂ ਪਰਮੇਸ਼ਵਰ ਨੇ ਮੈਨੂੰ ਆਪਣੇ ਘਰ ਤੋਂ ਨਿਕਲਣ ਲਈ ਕਿਹਾ ਤਾਂ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਹਰ ਥਾਂ ਮੇਰੇ ਬਚਾ ਲਈ ਕਹਿਣਾ, ਉਹ ਮੇਰਾ ਭਰਾ ਹੈ। ਤਦ ਅਬੀਮਲਕ ਨੇ ਅਬਰਾਹਮ ਨੂੰ ਉਸਦੀ ਪਤਨੀ ਸਾਰਾ ਵਾਪਸ ਮੋੜ ਦਿੱਤੀ। ਉਸਨੇ ਅਬਰਾਹਮ ਨੂੰ ਬਹੁਤ ਸਾਰੇ ਭੇਡ ਬੱਕਰੀਆਂ, ਪਸ਼ੂ ਅਤੇ ਦਾਸ-ਦਾਸੀਆਂ ਦਿੱਤੇ। ਉਸਨੇ ਅਬਰਾਹਮ ਨੂੰ ਕਿਹਾ, ਦੇਖ ਮੇਰਾ ਸਾਰਾ ਦੋਸ਼ ਤੇਰੇ ਸਾਹਮਣੇ ਹੈ, ਦੇਸ਼ ਤੇਰੇ ਸਾਹਮਣੇ ਹੈ, ਜਿੱਥੇ ਵੀ ਤੂੰ ਚਾਹੇ ਰਹਿ। ਅਬੀਮਲਕ ਨੇ ਸਾਰਾ ਨੂੰ ਕਿਹਾ, ਦੇਖ ਮੈਂ ਤੇਰੇ ਭਰਾ ਨੂੰ ਚਾਂਦੀ ਦੇ ਪੂਰੇ 1000 ਰੁਪਏ ਦਿੱਤੇ ਹਨ, ਜੋ ਸਭ ਦੇ ਸਾਹਮਣੇ ਗਵਾਹੀ ਹੈ ਕਿ ਤੂੰ ਬਿਲਕੁਲ ਨਿਹਕਲੰਕ ਹੈ। ਤਦ ਅਬਰਾਹਮ ਨੇ ਅਬੀਮਲਕ ਅਤੇ ਉਸਦੇ ਟੱਬਰ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਵਰ ਨੇ ਅਬੀਮਲਕ ਅਤੇ ਉਸਦੀ ਪਤਨੀ ਨੂੰ ਉਸਦੀਆਂ ਦਾਸੀਆਂ ਸਮੇਤ ਠੀਕ ਕਰ ਦਿੱਤਾ ਕਿ ਉਹ ਬੱਚਿਆਂ ਨੂੰ ਜਨਮ ਦੇ ਸਕਣ। ਪਰਮੇਸ਼ਵਰ ਨੇ ਸਾਰਾ ਦੇ ਕਾਰਨ ਅਬੀਮਲਕ ਦੇ ਘਰ ਦੀਆਂ ਸਭ ਔਰਤਾਂ ਦੀਆਂ ਕੁੱਖਾਂ ਬੰਦ ਕਰ ਦਿੱਤੀਆਂ ਸਨ, ਪਰ ਹੁਣ ਉਹ ਸਭ ਠੀਕ ਹੋ ਚੁੱਕੇ ਸਨ। ਜਿਸ ਵੇਲੇ ਅਸੀਂ ਪ੍ਰਭੂ ਦੇ ਇਸ ਵਚਨ ਦੇ ਵਿੱਚ ਆਉਂਦੇ ਹਾਂ, ਇਹ ਹੁਣ ਅਸੀਂ ਬੈਰੀ ਦੀਆਂ ਚਾਲਾਂ ਨੂੰ ਦੇਖਣਾ ਸ਼ੁਰੂ ਕਰਦੇ ਹਾਂ ਕਿ ਉਹ ਅਸੀਂ ਜਿਸ ਤਰ੍ਹਾਂ ਕੱਲ੍ਹ ਦੇਖਦੇ ਸੀਗੇ ਕਿ ਉਹ ਇੱਥੇ ਆ ਕੇ ਸਾਰਾ ਨੂੰ ਦੂਸ਼ਿਤ ਕਰਨਾ ਮੰਗਦਾ ਕਿ ਜੋ ਪ੍ਰਭੂ ਨੇ ਉਸਨੂੰ ਉਸਦੇ ਨਾਲ ਵਾਅਦਾ ਕੀਤਾ, ਪੁੱਤਰ ਦਾ ਵਾਅਦਾ ਕੀਤਾ, ਔਰ ਇਸ਼ਮਾਇਲ ਦੇ ਲਈ ਉਸਨੇ ਦੁਆ ਕੀਤੀ ਸੀ ਕਿ ਇਸ਼ਮਾਇਲ ਦਾ ਕੀ ਹੋਏਗਾ। ਪ੍ਰਭੂ ਨੇ ਉਸਨੂੰ ਕਿਹਾ ਕਿ ਮੈਂ ਉਸਦਾ ਜਿਹੜਾ ਆਪਣਾ ਹਾਸਿਸ ਆਇਆ ਉਹ ਵੱਖਰਾ ਹੈ, ਤੂੰ ਉਸਦਾ ਫਿਕਰ ਨਾ ਕਰ, ਪਰ ਜਿਹੜਾ ਚੀਜ਼ ਤੈਨੂੰ ਮੈਂ ਕਹਿਣਾ ਤੂੰ ਉਹ ਕਰ। ਸੋ ਹੁਣ ਇੱਥੇ ਜਿਸ ਵੇਲੇ ਉਸਨੇ ਦੇਖ ਲਿਆ ਕਿ ਅਯੂਬ ਉਹ ਪਰਸਨ ਨਹੀਂ ਗਾ, ਤੇ ਉਹ ਹੁਣ ਉਸਨੇ ਅਬਰਾਹਮ ਦੇ ਪਿੱਛੇ ਔਰ ਇਸ ਲਾਈਨ ਦੇ ਪਿੱਛੇ ਉਹ ਹੱਥ ਧੋ ਕੇ ਪਿਆ। ਸੋ ਇਸ ਵੇਲੇ ਜਿਸ ਵੇਲੇ ਉਹ ਆਇਆ ਤੇ ਰਾਜੇ ਦਾ ਨਾਂ ਐਕਚੁਅਲੀ ਅਬੀ ਆ, ਮਲਕ ਦਾ ਮਤਲਬ ਹੁੰਦਾ ਰਾਜਾ। ਜਿਹੜਾ ਮਲਕ ਸ਼ਬਦ ਵਰਤਿਆ ਜਾਂਦਾ ਉਹ ਰਾਜਾ ਹੈ। ਸੋ ਰਾਜਾ ਆ ਜਿਸ ਦਾ ਨਾਂ ਅਬੀ ਆ ਐਕਚੁਅਲੀ। ਔਰ ਇਹ ਜਿਸ ਲਈ ਅਸੀਂ ਜੈਫਤ ਦੇ ਖਾਨਦਾਨ ਦੇ ਬਾਰੇ ਅਸੀਂ ਬਹੁਤਾ ਨਹੀਂ ਪੜ੍ਹਦੇ,
पर ये गरार दे इलाके दे विच और उधरले पासे मोस्टली जिहड़े लोग बसियो सीगे वो जैफत के खानदान दे बसियो सीगे, जिहड़ा कि बेसिकली सब तो छोटा पुत्र सी। और जिहड़ा बेसिकली परमेश्वर दे वल्लों जिन्हें अब्राहम और जां शैम दी लाइन दा सहारा बनना सी। सो असीं इत्थे वो सारी सबसे वेरी बेसिक पर जड़ियां इत्थे मेन चीज़ां जड़ियां देखदे पए आ सानूं तीन चीज़ां इहदे विचों समझ दे विच आउंदियां पईआं कि नंबर 1 कि अब्राहम नूं बिल्कुल एक वखरे इलाके दे विच जाके बसना पिया, उसनूं वो इलाका छड्डना पिया, क्योंकि जिसले प्रभु का कहर उस इलाके के उत्ते बख्श आया तो पूरे का पूरा समुंदर जिहड़ा असीं देखदे पए सी कि थल्ले तक जिहड़ा समुंदर आ लूण दे नाल चकड़िया पिया, उहदे विच इन्ने उहदे विच मिनरल और इन्ना वो पानी भारा आ कि तुसीं समुंदर दे बेशक गब्बे जाके आराम दे नाल उहदे उत्ते लम्मे पै जाओ, तुसीं डुब नहीं सकदे। जड़ी वो पनडुब्बी भी लैके गए, अगर तुसीं सारी डॉक्यूमेंट्री देखोगे तो ये जड़ी पनडुब्बी आ आम जड़ा समुंदर आ जिसले उहदे विच इस पनडुब्बी नूं पाउंदे आ ते उहदे विचों हवा कढ दिंदे आ ते ओह थल्ले जानी शुरू हो जांदी आ। ये थल्ले नहीं गई, इस पनडुब्बी नूं उहनां नूं अद्धी तो ज्यादा लोहे दे नाल ते लैड दे नाल भरना पिया और फिर जिसले उसकी हवा कढ़ी तो फिर भी वो पूरी थल्ले नहीं गई, फिर उन्होंने बाहर कढ़ के उस होर लैड पाउणा पिया, भार पाउणा पिया और फिर वो थल्ले गई आ। इन्ना पानी वो भर आया, इन्ना वो हैवी वाटर। सो उत्थों पूरे का पूरा जिहड़ा दरिया जिहड़ा समुंदर सीगा वो मिठे पानी का जिहड़ा समुंदर सीगा वो सारा दा सारा उसनूं डेड सी कहा जाता, उसदे विच कोई जानवर नहीं मिलता, ईवन के जिहड़े छोटे छोटे निक्के तो निक्का बैक्टीरिया भी उहदे विच है। और उस सारे दा सारा जिहड़ा इलाका सीगा वो सारे दा सारा इलाका तबाह हो गया सी और जिहड़ा उहदे आले दुआले दूर दूर तक बचिया भी सी उत्ते भी उसका असर होया और इस करके उसनूं अपना इज्जड़ लैके उत्थों जाना पिया। पर दूसरी जिहड़ी सब तो वड्डी चीज यह है कि वो सारा इलाका इजराइल का इलाका है और प्रभु ने अब्राहम नूं कई जगहां ते बसाया पर उसनूं पक्का नहीं कदे भी रहन दिता। उसने सारे इलाके का आनंद माणिया रह के, जिहड़ा प्रभु ने उसनूं ते उसदी संतान नूं देना, पर प्रभु ने उसनूं किते पक्का बसण नहीं दिता। कारण की है? उसके कई कारण। नंबर 1 के अब्राहम दे ऐसले परिवार दे किन्ने जाना जे इशमाइल ते हाजरा नूं भी गिणिया जावे, सारे नौकरां नूं भी गिणिया जावे तो 100 तो ज्यादा है और 100 बंदा उत्थे सारे उस इलाके दे उत्ते राज नहीं कर सकता, बसा नहीं सकता। सो प्रभु ने जिहड़ा काम करना उन्होंने ਵਧਾਉਣਾ है, उन्होंने बनाउणा है और उसने किन्नी प्रभु ने किरपा और किन्नी बुद्धि दे नाल कीता वो सारी चीज देखना है। सो इस वेले असीं सिर्फ ते सिर्फ अब्राहम दा घराना देखदे पए हां और अगली चीज असीं इहदे विच इह देखदे पए हां कि अबीमलक ने सारा नूं बुला लिया लेकिन प्रभु ने उसनूं सारा नूं छूण नहीं दिता। उसने इस तो पहला कि वो कोई कर्म करता प्रभु ने किस तरह उसकी संभाल की, किन्नी नजदीकी आ प्रभु की। उसनूं सुपने दे विच दर्शन देख के एक चीज कह रहा कि देख तू ये काम ना करी, तेनू पता नहीं है कौन ये उस इंसान की पत्नी है। जे उसने क्या कि भाई मेरे हाथ साफ, वो मेरे इलाके दे विच आया, मेरे देश दे विच आया, उसने बसण दे लई कहा कि मैं इत्थे बसना मंगदा, जो चीज़ां मैं उसनूं कहियां कि तैनूं आह देना पैना, तू अपनियां भेडां चार, उसनूं मैं इलाका दिता कि तू इत्थे रह सकदा, पर मैं बदले दे विच उस तों औरत मंगी, ये औरत मैनूं चंगी लगी, मैं मंगी, उसने मैनूं दे दित्ती, कहंदा मेरी भैन, मेरे हत्थ जिहड़े आ वो साफ। सो प्रभु ने उसनूं कहा कि ठीक आ,
ਤੂੰ ਠੀਕ ਕਹਿਣਾ ਪਿਆ, ਤੇਰੇ ਹੱਥ ਸਾਫ਼, ਔਰ ਇਸੇ ਕਰਕੇ ਮੈਂ ਤੈਨੂੰ ਪਾਪ ਨਹੀਂ ਕਰਨ ਦਿੱਤਾ। ਸੋ ਹੁਣ ਤੂੰ ਉਸਨੂੰ ਬੁਲਾਓ, ਤੇਰੇ ਲਈ ਦੁਆ ਕਰੇਗਾ। ਕਿਉਂ ਪ੍ਰਭੂ ਨੇ ਇਹ ਚੀਜ਼, ਇਹ ਮੇਨ ਗੱਲ। ਔਰ ਮੇਨ ਚੀਜ਼ ਇਹ ਹੈ ਕਿ ਪ੍ਰਭੂ ਅਬਰਾਹਮ ਨੂੰ ਹੁਣ ਉਸ ਨਵੇਂ ਇਲਾਕੇ ਦੇ ਵਿੱਚ ਸਥਾਪਿਤ ਕਰਨਾ ਹੈ, ਤਾਂ ਕਿ ਇਸ ਤੋਂ ਬਾਅਦ ਅਬੀਮਲਕ ਦਾ ਕੋਈ ਨੌਕਰ, ਕੋਈ ਵੀ ਉਸਦੇ ਨਾਲ, ਕੋਈ ਮੰਤਰੀ, ਕੋਈ ਵੀ ਉਸਦੇ ਨਾਲ ਅੱਖ ਚੁੱਕ ਕੇ ਨਾ ਦੇਖੇ, ਔਰ ਜਾਣ ਜਾਣ ਕੇ ਇਹ ਪ੍ਰਭੂ ਦੇ ਆਪਣੇ ਬੰਦੇ। ਸੋ ਇਹ ਹੈ ਪ੍ਰਭੂ ਦੀ ਰਾਖੀ ਜਿਹੜੀ ਅਸੀਂ ਦੇਖਦੇ ਪਏ ਹਾਂ। ਔਰ ਫਿਰ ਅੱਗੇ ਜਾ ਕੇ ਇਤਿਹਾਸਕ ਗੱਲ ਆ ਜਾਂਦੀ ਹੈ, ਤਾਂ ਉਸਨੇ ਜਿੱਦਾਂ ਅਬੀਮਲਕ ਨੇ ਉਸਨੂੰ ਬੁਲਾਇਆ ਔਰ ਉਸਨੂੰ ਅਬਰਾਹਮ ਨੂੰ ਬੇਸਿਕਲੀ ਉਸਨੇ ਕਿਹਾ ਕਿ ਦੇਖ ਭਾਈ, ਤੂੰ ਇਹ ਮੇਰੇ ਨਾਲ ਚੰਗਾ ਨਹੀਂ ਕੀਤਾ। ਸੋ ਅਬਰਾਹਮ ਨੇ ਉਸਦਾ ਰੀਜ਼ਨ ਉਸਨੂੰ ਦਿੱਤਾ ਕਿ ਮੈਨੂੰ ਕਿਉਂ ਕਰਨਾ ਪਿਆ। ਅਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਵਸਦੇ ਪਏ ਹਾਂ, ਔਰ ਮੈਂ ਇਹ ਇਸ ਕਰਕੇ ਕੀਤਾ ਕਿ ਕੋਈ ਮੈਨੂੰ ਮਾਰ ਨਾ ਦੇ, ਸਿਰਫ ਸਾਰਾ ਦੀ ਖਾਤਰ ਕਿ ਇਸ ਨੂੰ ਖੋ ਕੇ ਲੈ ਕੇ ਜਾਣ ਦੇ ਲਈ। ਸੋ ਇਸ ਕਰਕੇ ਮੈਂ ਹਮੇਸ਼ਾ ਤੇ ਮੇਰੀ ਔਰ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਵੱਧਦੇ ਪਏ ਹਾਂ, ਸਾਰੀਆਂ ਚੀਜ਼ਾਂ ਨੂੰ ਦੇਖਦੇ ਪਏ ਹਾਂ, ਤੇ ਅਸੀਂ ਉੱਥੇ 11 ਤੋਂ ਲੈ ਕੇ 13 ਤੱਕ ਦੇਖਦੇ ਪਏ ਹਾਂ ਕਿ ਉਹ ਸਾਰੇ ਇੱਕੋ ਹੀ ਖਾਨਦਾਨ ਤੋਂ, ਤਾਰਾ ਦੇ ਖਾਨਦਾਨ ਤੋਂ ਸਾਰੇ ਪੈਦਾ ਹੋਏ, ਔਰ ਉਹਦੇ ਵਿੱਚੋਂ ਸਾਰਾ ਹੈ, ਔਰ ਉਹਨਾਂ ਖਾਨਦਾਨਾਂ ਦੇ ਵਿੱਚੋਂ ਹੀ ਉਹ ਦੋਨਾਂ ਦਾ ਵਿਆਹ ਹੋਇਆ। ਸੋ ਉਸ ਤੋਂ ਬਾਅਦ ਪ੍ਰਭੂ ਨੇ ਉਸਦੇ ਲਈ ਦੁਆ ਕੀਤੀ, ਜਿਸ ਦੇ ਨਾਲ ਪ੍ਰਭੂ ਨੇ ਉਸਨੂੰ ਅਬਰਾਹਮ ਨੂੰ ਸਥਾਪਿਤ ਕਰ ਦਿੱਤਾ ਉਸ ਇਲਾਕੇ ਦੇ ਵਿੱਚ। ਤੁਸੀਂ ਨੇ ਕਿਹਾ, ਦੇਖ ਮੇਰਾ ਸਾਰਾ ਦੇਸ਼ ਤੇਰੇ ਸਾਹਮਣੇ, ਤੂੰ ਜਿੱਥੇ ਜਾ ਕੇ ਬਸਣਾ ਬਸ ਜਾ, ਜਿਹੜਾ ਇਲਾਕੇ ਦੇ ਵਿੱਚ ਵੀ ਤੂੰ ਰਹਿਣਾ ਮੰਗਦਾ ਤੂੰ ਰਹਿ, ਔਰ ਪ੍ਰਭੂ ਦਾ ਹੱਥ ਤੇਰੇ ਉੱਤੇ ਆ, ਉਹ ਬਣਿਆ ਰਹੇ, ਪਰ ਮੇਰੇ ਟੱਬਰ ਦੇ ਲਈ ਦੁਆ ਕਰ। ਸੋ ਉਸਨੇ ਉਸਦੇ ਟੱਬਰ ਦੇ ਲਈ ਦੁਆ ਕੀਤੀ, ਕਿਉਂਕਿ ਧੀਆਂ ਪੁੱਤਰ ਉਸ ਸਮੇਂ ਦੇ ਵਿੱਚ ਸਭ ਤੋਂ ਵੱਡੀ ਜਾਇਦਾਦ ਹੁੰਦੀ ਸੀ। ਧਰਤੀ ਤਾਂ ਸਾਰੀ ਖੁੱਲੀ ਪਈ ਸੀ ਸਾਹਮਣੇ, ਧੀਆਂ ਪੁੱਤਰ ਸਭ ਤੋਂ ਵੱਡੀ ਜਾਇਦਾਦ ਸੀ। ਸੋ ਉਸਨੇ ਉਸਦੇ ਲਈ, ਉਹਨਾਂ ਦੇ ਨੌਕਰਾਂ ਦੇ ਲਈ, ਦਾਸਾਂ ਦੇ ਲਈ, ਦਾਸੀਆਂ ਦੇ ਲਈ ਦੁਆ ਕੀਤੀ, ਔਰ ਪ੍ਰਭੂ ਨੇ ਉਹਨਾਂ ਨੂੰ ਬਰਕਤ ਦਿੱਤੀ। 21ਵੇਂ ਭਾਗ ਦੇ ਵਿੱਚ ਅਸੀਂ ਆ ਗਏ ਹਾਂ। ਅਸੀਂ ਦੂਜਾ ਮਸੀਹ ਦੇ ਆਉਣ ਤੋਂ ਪਹਿਲਾਂ 1867 ਸਾਲ ਦੇ ਉੱਤੇ ਆ ਗਏ। ਸੋ ਇਹ ਹਿੱਸਾ 21ਵਾਂ ਭਾਗ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਲਿਖ ਲਓ ਕਿ 1867 ਸਾਲ ਮਸੀਹ ਦੇ ਆਉਣ ਤੋਂ ਪਹਿਲਾਂ। ਸੋ ਆਓ ਅਸੀਂ ਇਸ ਦੀਆਂ ਆਇਤਾਂ ਜਿਹਨੂੰ ਮਿਲ ਪੜ੍ਹ। ਮੈਂ ਪੜ੍ਹ ਦਿੰਦਾ ਪਾਸਟਰ ਜੀ। ਇਸਹਾਕ ਦਾ ਜਨਮ। ਪ੍ਰਭੂ ਨੇ ਸਾਰਾ ਨੂੰ ਆਪਣੀ ਪ੍ਰਤਿਗਿਆ ਅਨੁਸਾਰ ਅਸੀਸ ਦਿੱਤੀ। ਸਾਰਾ ਗਰਭਵਤੀ ਹੋਈ ਅਤੇ ਉਸਨੇ ਬੁਢਾਪੇ ਵਿੱਚ ਪਰਮੇਸ਼ਵਰ ਦੇ ਕਹੇ ਅਨੁਸਾਰ ਅਬਰਾਹਾਮ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। ਅਬਰਾਹਾਮ ਨੇ ਆਪਣੇ ਪੁੱਤਰ ਦਾ ਨਾਂ ਇਸਹਾਕ ਰੱਖਿਆ। ਉਸਨੇ ਆਪਣੇ ਪੁੱਤਰ ਦੀ ਪਰਮੇਸ਼ਵਰ ਦੀ ਆਗਿਆ ਅਨੁਸਾਰ ਠੀਕ 8 ਦਿਨਾਂ ਦੇ ਪਿੱਛੋਂ ਸੁੰਨਤ ਕੀਤੀ। ਅਬਰਾਹਾਮ ਆਪਣੇ ਪੁੱਤਰ ਦੇ ਜਨਮ ਸਮੇਂ ਪੂਰੇ 100 ਸਾਲ ਦਾ ਸੀ। ਸਾਰਾ ਨੇ ਕਿਹਾ, ਪਰਮੇਸ਼ਵਰ ਨੇ ਮੇਰੇ ਲਈ ਖੁਸ਼ੀ ਦਾ ਸੋਮਾ ਖੋਲ ਦਿੱਤਾ ਹੈ। ਜੋ ਵੀ ਸੁਣੇਗਾ ਮੇਰੇ ਨਾਲ ਮਿਲ ਕੇ ਖੁਸ਼ੀ ਕਰੇਗਾ। ਕੌਣ ਕਹਿ ਸਕਦਾ ਸੀ ਕਿ ਸਾਰਾ ਅਬਰਾਹਾਮ ਦੇ ਲਈ ਬੱਚੇ ਜੰਮੇਗੀ? ਪਰ ਮੈਂ ਫਿਰ ਵੀ ਉਸ ਦੇ ਬੁਢਾਪੇ ਵਿੱਚ ਉਸ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਬਾਲਕ ਵਧਦਾ ਗਿਆ ਤੇ ਉਸ ਦਾ ਦੁੱਧ ਛਡਾਇਆ ਗਿਆ। ਉਸ ਦਾ ਦੁੱਧ ਛਡਾਉਣ ਵਾਲੇ ਦਿਨ ਅਬਰਾਹਾਮ ਨੇ ਇੱਕ ਵੱਡਾ ਭੋਜ ਦਿੱਤਾ। ਆਮੀਨ। ਸੋ ਅਸੀਂ ਜਿਸ ਲਈ ਪ੍ਰਭੂ ਦੇ ਇਸ ਵਚਨ ਦੇ ਵਿੱਚ ਦੇਖਦੇ ਹਾਂ, ਜਦੋਂ ਕਦੋਂ ਦਾ ਅਸੀਂ 12ਵੇਂ ਚੈਪਟਰ ਤੋਂ ਸ਼ੁਰੂ ਹੋਏ ਹਾਂ ਕਿ ਪ੍ਰਭੂ ਨੇ ਉਸਨੂੰ ਪੁੱਤਰ ਦੇਣਾ, ਪ੍ਰਭੂ ਨੇ ਉਸਨੂੰ ਪੁੱਤਰ ਦੇਣਾ, ਪ੍ਰਭੂ ਨੇ ਉਸਨੂੰ ਪੁੱਤਰ ਦੇਣਾ। ਜਿਸ ਵੇਲੇ ਪੁੱਤਰ ਹੋਇਆ 8 ਆਇਤਾਂ ਸਾਰੀਆਂ ਉਹਦੇ ਵਿੱਚ। ਸੋ ਪਰ ਉਹਦੇ ਵਿੱਚ ਜਿਹੜੀਆਂ 2 ਚੀਜ਼ਾਂ ਖਾਸ ਅਸੀਂ ਦੇਖਦੇ ਪਏ ਹਾਂ, ਉਹ ਇਹ ਹੈ ਕਿ ਪ੍ਰਭੂ ਨੇ ਬਰਕਤ ਕਿਹਨੂੰ ਦਿੱਤੀ ਆ।
ਪ੍ਰਭੂ ਨੇ ਇਹਦੇ ਵਿੱਚ ਬਰਕਤ ਜਿਹੜੀ ਦਿੱਤੀ ਉਹ ਸਾਰਾ ਨੂੰ ਦਿੱਤੀ। ਪ੍ਰਭੂ ਨੇ ਸਾਰਾ ਨੂੰ ਆਪਣੀ ਪ੍ਰਤਿਗਿਆ ਅਨੁਸਾਰ ਅਸੀਸ ਦਿੱਤੀ। ਔਰ ਅਸੀਂ ਇਹ ਦੇਖਿਆ ਸੀਗਾ ਕਿ ਈਵਨ ਦੋ ਇੱਥੇ ਪ੍ਰਭੂ ਦੀ ਅਸੀਂ ਵੱਡੀ ਦਇਆ ਦੇਖਦੇ ਪਏ ਕਿ ਪਿੱਛੇ ਸਾਰਾ ਨੇ ਕਿਹਾ ਸੀ ਅਬਰਾਹਮ ਨੂੰ, ਤੂੰ ਮੇਰੀ ਦਾਸੀ ਲੈ ਲਾ ਔਰ ਮੇਰੀ ਦਾਸੀ ਤੋਂ ਮੇਰੇ ਲਈ ਇੱਕ ਪੁੱਤਰ ਸੰਤਾਨ ਪੈਦਾ ਕਰਕੇ ਮੈਨੂੰ ਦੇ। ਲੇਕਿਨ ਫਿਰ ਵੀ ਪ੍ਰਭੂ ਦੀ ਅਸੀਂ ਕਿਰਪਾ, ਪ੍ਰਭੂ ਦੀ ਦਇਆ ਦੇਖਦੇ ਪਏ। ਕਿੰਨਾ ਉਹ ਦਿਆਲੂ, ਕਿੰਨਾ ਉਹ ਕਿਰਪਾਲੂ। ਉਸਨੇ ਫਿਰ ਵੀ ਸਾਰਾ ਦੇ ਉੱਤੇ ਆਪਣੀ ਦਇਆ ਵਾਲਾ ਹੱਥ ਦਿਖਾਇਆ। ਔਰ ਇਸ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਪ੍ਰਭੂ ਨੇ ਸਾਰਾ ਨੂੰ ਆਪਣੀ ਪ੍ਰਤਿਗਿਆ ਅਨੁਸਾਰ ਅਸੀਸ ਦਿੱਤੀ। ਸਾਰਾ ਗਰਭਵਤੀ ਹੋਈ ਅਤੇ ਉਸਨੇ ਬੁਢਾਪੇ ਵਿੱਚ ਪਰਮੇਸ਼ਵਰ ਦੇ ਕਹੇ ਅਨੁਸਾਰ ਅਬਰਾਹਮ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। ਅਬਰਾਹਮ ਨੇ ਆਪਣੇ ਪੁੱਤਰ ਦਾ ਨਾਮ ਇਸਹਾਕ ਰੱਖਿਆ ਅਤੇ ਉਸਨੇ ਆਪਣੇ ਪੁੱਤਰ ਦੀ ਪਰਮੇਸ਼ਵਰ ਦੀ ਆਗਿਆ ਦੇ ਅਨੁਸਾਰ ਠੀਕ 8 ਦਿਨਾਂ ਦੇ ਵਿੱਚ ਸੁੰਨਤ ਕੀਤੀ। ਅਬਰਾਹਮ ਆਪਣੇ ਪੁੱਤਰ ਦੇ ਜਨਮ ਤੇ ਪੂਰੇ 100 ਸਾਲ ਦਾ ਸੀ ਅਤੇ ਸਾਰਾ ਨੇ ਕਿਹਾ ਪਰਮੇਸ਼ਵਰ ਨੇ ਮੇਰੇ ਲਈ ਖੁਸ਼ੀ ਦਾ ਸੋਮਾ ਖੋਲ ਦਿੱਤਾ ਹੈ। ਜੋ ਵੀ ਸੁਣੇਗਾ ਮੇਰੇ ਨਾਲ ਮਿਲ ਕੇ ਖੁਸ਼ੀ ਕਰੇਗਾ। ਕੌਣ ਕਹਿ ਸਕਦਾ ਸੀ ਕਿ ਸਾਰਾ ਅਬਰਾਹਮ ਦੇ ਲਈ ਬੱਚੇ ਜੰਮੇਗੀ? ਪਰ ਮੈਂ ਫਿਰ ਵੀ ਉਸਦੇ ਬੁਢਾਪੇ ਵਿੱਚ ਉਸਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। What a wonderful testimony। ਪ੍ਰਭੂ ਦੀ ਕਿਰਪਾ, ਉਹਦੀ ਸ਼ੁਕਰਗੁਜ਼ਾਰੀ ਜਿਹੜੀ ਸਾਰਾ ਦੀ ਹੈ ਉਹ ਕਿੰਨੀ ਪਿਆਰੀ ਹੈ। ਔਰ ਅਬਰਾਹਮ ਨੂੰ ਜਿਸ ਲਈ ਪ੍ਰਭੂ ਨੇ ਦਰਸ਼ਨ ਦਿੱਤਾ ਸੀ ਉਹ 60 ਸਾਲਾਂ ਦਾ ਸੀ। ਜਿਸ ਲਈ ਉਹ ਤੁਰਿਆ ਉਹ 75 ਸਾਲਾਂ ਦਾ ਸੀ। ਔਰ ਠੀਕ ਪੂਰੇ 40 ਸਾਲਾਂ ਬਾਅਦ ਉਸਦੇ ਘਰ ਅੱਜ ਇੱਕ ਪੁੱਤਰ ਨੇ ਜਨਮ ਲਿਆ ਔਰ ਉਸਨੇ ਉਸਦਾ ਨਾਮ ਇਸਹਾਕ ਰੱਖਿਆ, ਜਿਸਦਾ ਬੇਸਿਕਲੀ ਮਤਲਬ ਹੈ ਹਾਸਾ। ਬਾਲਕ ਵੱਧਦਾ ਗਿਆ ਅਤੇ ਉਸਦਾ ਦੁੱਧ ਛੁਡਾਇਆ ਗਿਆ। ਉਸਦੇ ਦੁੱਧ ਛੁਡਾਉਣ ਵਾਲੇ ਦਿਨ ਅਬਰਾਹਮ ਨੇ ਵੱਡਾ ਭੋਜ ਦਿੱਤਾ। ਉਸਨੇ ਬਹੁਤ ਸਾਰੇ ਲੋਕਾਂ ਨੂੰ ਸੱਦਿਆ। ਬੜੀ ਖੁਸ਼ੀ ਉਹਨੇ ਉੱਥੇ ਮਨਾਈ। ਸੋ 2 ਜਾਂ 3 ਸਾਲ ਦਾ ਇਸਹਾਕ ਇੱਥੇ। ਸੋ ਅਸੀਂ ਬੇਸਿਕਲੀ ਹੁਣ ਲੇਕਿਨ ਜਿਹੜਾ ਉਸਦਾ ਦੂਸਰਾ ਪੁੱਤਰ ਆ ਉਸਦੀ ਉਮਰ 17-18 ਸਾਲ ਦੀ ਹੋ ਚੁੱਕੀ ਹੈ। ਇਸ਼ਮਾਇਲ ਦੀ ਉਮਰ ਇਸ ਸਮੇਂ 17-18 ਸਾਲ ਦੀ ਹੋ ਚੁੱਕੀ ਹੈ। ਔਰ ਜਿਸ ਵੇਲੇ ਹੁਣ ਬਰਕਤ ਵੰਡਣ ਦਾ ਵੇਲਾ ਆਇਆ ਤੇ ਹੁਣ ਸਾਰਾ ਜਿਹੜੀ ਆ ਉਸਦਾ ਧਿਆਨ ਆਪਣੇ ਪੁੱਤਰ ਵੱਲ ਜਾਂਦਾ ਪਿਆ। ਹੁਣ ਕਿਸੇ ਚੀਜ਼ ਦੇ ਵੱਲ ਉਹਦਾ ਧਿਆਨ ਨਹੀਂ ਜਾਂਦਾ ਪਿਆ। ਸੋ ਇਸ ਲਈ ਅਸੀਂ ਹੁਣ ਦੇਖਾਂਗੇ 9 ਆਇਤ ਤੋਂ ਲੈ ਕੇ 21 ਆਇਤ 9 ਤੋਂ 21 ਮੈਂ ਪੜ੍ਹਦੀ ਹਾਂ। ਹਾਜਰਾ ਅਤੇ ਇਸਮਾਇਲ ਦਾ ਇਕੱਲੇ ਜਾਣਾ। ਇੱਕ ਦਿਨ ਸਾਰਾ ਨੇ ਮਿਸਰੀ ਹਾਜਰਾ ਦੇ ਪੁੱਤਰ ਨੂੰ ਆਪਣੇ ਪੁੱਤਰ ਇਸਾਕ ਨਾਲ ਖੇਲਦੇ ਦੇਖਿਆ। ਤਦ ਸਾਰਾ ਨੇ ਅਬਰਾਹਮ ਨੂੰ ਕਿਹਾ, ਇਸ ਗੁਲਾਮ ਔਰਤ ਅਤੇ ਇਸਦੇ ਪੁੱਤਰ ਨੂੰ ਘਰੋਂ ਕੱਢ ਦੇ, ਕਿਉਂਕਿ ਇਸ ਗੁਲਾਮ ਦਾ ਪੁੱਤਰ ਮੇਰੇ ਪੁੱਤਰ ਇਸਾਕ ਦੇ ਨਾਲ ਤੇਰੀ ਜਾਇਦਾਦ ਦਾ ਮਾਲਕ ਨਹੀਂ ਬਣ ਸਕਦਾ। ਅਬਰਾਹਮ ਨੂੰ ਇਹ ਸਭ ਬੁਰਾ ਲੱਗਾ, ਕਿਉਂਕਿ ਇਸਮਾਇਲ ਵੀ ਉਸਦਾ ਆਪਣਾ ਪੁੱਤਰ ਸੀ। ਪਰ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ, ਤੂੰ ਗੁਲਾਮ ਔਰਤ ਅਤੇ ਉਸਦੇ ਪੁੱਤਰ ਦੇ ਕਾਰਨ ਦੁਖੀ ਨਾ ਹੋ, ਸਗੋਂ ਉਹੀ ਕਰ ਜੋ ਸਾਰਾ ਕਹਿੰਦੀ ਹੈ, ਕਿਉਂਕਿ ਤੇਰੇ ਵੰਸ਼ ਦਾ ਨਾਂ ਇਸਹਾਕ ਤੋਂ ਹੀ ਚੱਲੇਗਾ। ਪਰ ਮੈਂ ਗੁਲਾਮ ਔਰਤ ਦੇ ਪੁੱਤਰ ਨੂੰ ਵੀ ਇੱਕ ਵੱਡੀ ਕੌਮ ਪੈਦਾ ਕਰਾਂਗਾ, ਕਿਉਂਕਿ ਉਹ ਵੀ ਤੇਰਾ ਹੀ ਪੁੱਤਰ ਹੈ। ਇਸ ਲਈ ਅਬਰਾਹਮ ਨੇ ਅਗਲੀ ਸਵੇਰ ਹੀ ਕੁਝ ਰੋਟੀ ਅਤੇ ਪਾਣੀ ਦੀ ਮਸ਼ਕ ਲੈ ਕੇ ਹਾਜਰਾ ਨੂੰ ਦਿੱਤੇ ਅਤੇ ਉਸਨੂੰ ਉਸਦੇ ਪੁੱਤਰ ਸਮੇਤ ਘੱਲ ਦਿੱਤਾ। ਸੋ ਉਹ ਉਸਦੇ ਘਰੋਂ ਚਲੀ ਗਈ ਅਤੇ ਬੇਅਰਸਬਾ ਦੀ ਉਜਾੜ ਵਿੱਚ ਭਟਕਦੀ ਰਹੀ। ਜਦੋਂ ਮਸ਼ਕ ਦਾ ਪਾਣੀ ਮੁੱਕ ਗਿਆ ਤਾਂ ਉਸਨੇ ਬੱਚੇ ਨੂੰ ਇੱਕ ਝਾੜੀ ਦੇ ਥੱਲੇ ਲਿਟਾ ਦਿੱਤਾ ਅਤੇ ਉਹ ਆਪ ਜਾ ਕੇ ਕੁਝ ਦੂਰੀ ਤੇ ਬੈਠ ਗਈ। ਉਹ ਬੋਲੀ, ਮੈਂ ਆਪਣੇ ਬੱਚੇ ਨੂੰ ਮਰਦਿਆਂ ਨਹੀਂ ਦੇਖ ਸਕਦੀ ਹਾਂ। ਤਦ ਉਹ ਬੱਚਾ ਉੱਚੀ ਆਵਾਜ਼ ਨਾਲ ਰੋਣ ਲੱਗਾ। ਪਰਮੇਸ਼ਵਰ ਨੇ ਉਸ ਬੱਚੇ ਦੀ ਰੋਣ ਦੀ ਆਵਾਜ਼ ਸੁਣੀ ਅਤੇ ਉਸਦੇ ਇੱਕ ਸਵਰਗਦੂਤ ਨੇ ਸਵਰਗ ਤੋਂ ਪੁਕਾਰ ਕੇ ਹਾਜਰਾ ਨੂੰ ਕਿਹਾ, ਹਾਜਰਾ ਨਾ ਡਰ, ਪਰਮੇਸ਼ਵਰ ਨੇ ਤੇਰੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਹੈ। ਤੂੰ ਹੁਣ ਉੱਠ ਅਤੇ ਆਪਣੇ ਬੱਚੇ ਨੂੰ ਗੋਦ ਵਿੱਚ ਲੈ, ਕਿਉਂਕਿ ਮੈਂ ਉਸ ਤੋਂ ਇੱਕ ਬਹੁਤ ਵੱਡੀ ਕੌਮ ਪੈਦਾ ਕਰਾਂਗਾ। ਤਦ ਪਰਮੇਸ਼ਵਰ ਨੇ ਹਾਜਰਾ ਦੀਆਂ ਅੱਖਾਂ ਖੋਲ ਦਿੱਤੀਆਂ ਅਤੇ ਉਸਨੂੰ ਇੱਕ ਪਾਣੀ ਦਾ ਖੂਹ ਦਿਖਾਈ ਦਿੱਤਾ।
ਉਸਨੇ ਉਸ ਖੂਹ ਤੋਂ ਆਪਣੀ ਮਸ਼ਕ ਭਰੀ ਅਤੇ ਬੱਚੇ ਨੂੰ ਵੀ ਪਾਣੀ ਪਿਲਾਇਆ। ਪਰਮੇਸ਼ਵਰ ਉਸ ਬੱਚੇ ਦੇ ਨਾਲ ਸੀ। ਉਹ ਵੱਧਦਾ ਫੁੱਲਦਾ ਗਿਆ। ਵੱਡਾ ਹੋ ਕੇ ਉਹ ਇੱਕ ਚੰਗਾ ਤੀਰ ਕਮਾਨ ਚਲਾਉਣ ਵਾਲਾ ਨਿਕਲਿਆ। ਉਹ ਪਰਾਨ ਦੇ ਉਜਾੜ ਇਲਾਕੇ ਵਿੱਚ ਰਹਿੰਦਾ ਸੀ ਅਤੇ ਉਸਦੀ ਮਾਂ ਨੇ ਉਸਦਾ ਵਿਆਹ ਇੱਕ ਮਿਸਰੀ ਕੁੜੀ ਨਾਲ ਕਰ ਦਿੱਤਾ। ਮਿਸਰੀ ਕੁੜੀ ਦੇ ਨਾਲ ਕਰ ਦਿੱਤਾ। ਸੋ ਇਸ਼ਮਾਇਲ ਦਾ ਜਿਹੜਾ ਬੇਸਿਕਲੀ ਸਾਰਾ ਵੰਸ਼ ਜਿਹੜਾ ਆਇਆ, ਉਹ ਅਸੀਂ ਦੇਖ ਸਕਦੇ ਹਾਂ ਕਿ ਉਹ ਇਜਿਪਟ ਤੋਂ ਆਇਆ, ਔਰ ਉੱਥੋਂ ਕਿਉਂਕਿ ਉਹ ਆਪ ਮਿਸਰ ਦੀ ਸੀਗੀ, ਇਸ ਕਰਕੇ ਉਸਨੇ ਆਪਣੇ ਬੱਚੇ ਦਾ ਵਿਆਹ ਵੀ ਮਿਸਰ ਦੇ ਵਿੱਚ ਕੀਤਾ। ਲੇਕਿਨ ਇੱਥੇ ਅਸੀਂ ਇਸ ਵੇਲੇ ਉਹਨਾਂ ਚੀਜ਼ਾਂ ਨੂੰ ਦੇਖਦੇ ਪਏ ਹਾਂ ਕਿ ਜੋ ਸਾਰਾ ਨੇ ਆਪਣੇ ਲਈ ਆਪ ਪੈਦਾ ਕੀਤੀਆਂ। ਅਗਰ ਉਹ ਪ੍ਰਭੂ ਦਾ ਉੱਥੇ ਸ਼ੁਕਰ ਕਰਦੀ ਕਿ ਪ੍ਰਭੂ ਨੇ ਤੈਨੂੰ ਇਹ ਕਿਹਾ, ਪ੍ਰਭੂ ਦਾ ਸ਼ੁਕਰ ਆ ਸਾਨੂੰ ਸੰਤਾਨ ਦੇਗਾ, ਤੇ ਆਹ ਦਿਨ ਨਾ ਦੇਖਣਾ ਪੈਂਦਾ, ਅਬਰਾਹਮ ਨੂੰ ਵੀ ਆਹ ਦਿਨ ਨਾ ਦੇਖਣਾ ਪੈਂਦਾ। ਸੋ ਉਸਨੇ ਜਿਹੜੀ ਤੁਸੀਂ ਦੇਖ ਲਓ ਕਿ ਇੱਥੇ ਉਸਦੀ ਪਹਿਲਾਂ ਇੱਕ ਦਾਸੀ ਸੀ, ਉਸਦੀ ਹੁਣ ਗੁਲਾਮ ਬਣ ਗਈ। ਕਿੱਦਾਂ ਸ਼ਬਦਾਵਲੀ ਦੇ ਵਿੱਚ ਦੇਖੋ ਕਿੱਦਾਂ ਫਰਕ ਪੈਂਦਾ ਪਿਆ। ਔਰ ਇਹ ਗੁਲਾਮ ਇੱਕ ਦਿਨ ਸਾਰਾ ਨੇ ਮਿਸਰੀ ਹਾਜਰਾ ਦੇ ਪੁੱਤਰ ਨੂੰ ਆਪਣੇ ਪੁੱਤਰ ਇਸਹਾਕ ਦੇ ਨਾਲ ਖੇਲਦੇ ਦੇਖਿਆ। ਤਦ ਸਾਰਾ ਨੇ ਅਬਰਾਮ ਨੂੰ ਕਿਹਾ, ਇਹ ਗੁਲਾਮ ਔਰਤ ਅਤੇ ਇਸ ਦੇ ਪੁੱਤਰ ਨੂੰ ਘਰੋਂ ਕੱਢ ਦੇ, ਕਿਉਂਕਿ ਇਸ ਗੁਲਾਮ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਦੇ ਨਾਲ ਤੇਰੀ ਜਾਇਦਾਦ ਦਾ ਮਾਲਕ ਨਹੀਂ ਬਣ ਸਕਦਾ। ਅਬਰਾਮ ਨੂੰ ਇਹ ਸਭ ਬੁਰਾ ਲੱਗਾ, ਕਿਉਂਕਿ ਇਸ਼ਮਾਇਲ ਉਸਦਾ ਆਪਣਾ ਪੁੱਤਰ ਸੀ। ਪਰ ਪ੍ਰਭੂ ਦਾ ਉਸਦੇ ਲਈ ਇਹ ਫੈਸਲਾ ਸੀ, ਇਹ ਸਖਤ ਜਿਹੜਾ ਦਿਲ ਪ੍ਰਭੂ ਕੀਤਾ, ਪ੍ਰਭੂ ਨੇ ਕੀਤਾ ਕਿ ਬਾਹਰ ਜਾ ਕੇ ਦੂਰ ਜਾ ਕੇ ਇਹ ਝਗੜੇ ਨਾ ਪੈਣ। ਸੋ ਉਸਨੇ ਇਸ ਨੂੰ ਸੰਭਾਲਿਆ, ਔਰ ਇਸ ਦੇ ਨਾਲ ਨਾਲ ਉਸਨੇ ਹਾਜਰਾ ਦੇ ਲਈ ਵੀ ਇੱਕ ਤਰ੍ਹਾਂ ਦੀ ਉਸਦੇ ਲਈ ਵੀ ਉਸਨੇ ਮਦਦ ਕਰੀ। ਸੋ ਇਸ਼ਮਾਇਲ ਦਾ ਖਾਨਦਾਨ ਵੀ ਅਬਰਾਹਮ ਦਾ ਖਾਨਦਾਨ ਕਹਿਲਾਇਆ। ਸੋ ਜਿਸ ਵੇਲੇ ਅਸੀਂ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਦੇਖਦੇ ਹੈਗੇ ਹਾਂ ਕਿ ਉਹ ਅਬਰਾਹਮ ਦਾ ਨਾਂ ਯੂਜ਼ ਕਰਦੇ ਆ ਕਿ ਅਸੀਂ ਅਬਰਾਹਮ ਦੀ ਔਲਾਦ ਆ, ਉਹ ਇਸ਼ਮਾਇਲ ਦੇ ਰਾਹੀਂ ਆਪਣੇ ਆਪ ਨੂੰ ਉੱਥੇ ਜੋੜਦੇ ਪਏ। ਔਰ ਜਿਹੜੇ ਯਹੂਦੀ ਤੇ ਮਸੀਹੀ ਆ, ਇਹ ਆਪਣੇ ਆਪ ਨੂੰ ਇਸਹਾਕ ਦੇ ਨਾਲ ਉੱਥੇ ਜੋੜਦੇ ਪਏ ਆ। ਪਰ ਜਿਸ ਤਰ੍ਹਾਂ ਕਾਇਮ ਦੀ ਲਾਈਨ ਇੱਥੋਂ ਵੱਖਰੀ ਹੋ ਗਈ ਸੀ, ਪਰ ਉਹ ਲਹੂ ਦੀ ਲਾਈਨ ਉਸਦੇ ਨਾਲ ਨਹੀਂ ਗਈ। ਇਸ ਲਾਈਨ ਦੇ ਨਾਲ ਜਿਹੜੀ ਅਸੀਂ ਦੇਖਦੇ ਹਾਂ, ਉਹ ਲਹੂ ਦੀ ਲਾਈਨ ਇਸਹਾਕ ਦੇ ਨਾਲ ਗਈ ਹੈ। ਪ੍ਰਭੂ ਨੂੰ ਜਾਇਦਾਦ ਦਾ ਇੰਨਾ ਫਿਕਰ ਨਹੀਂ ਗਾ, ਉਸਨੂੰ ਆਪਣੇ ਦਿੱਤੇ ਹੋਏ ਵਾਅਦੇ ਦਾ ਫਿਕਰ ਹੈ। ਦੇਖੋ ਪ੍ਰਭੂ ਨੇ ਕੀ ਜਵਾਬ ਦਿੱਤਾ, ਕਹਿੰਦਾ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ, ਤੂੰ ਗੁਲਾਮ ਔਰਤ ਤੇ ਉਸਦੇ ਪੁੱਤਰ ਦੇ ਕਾਰਨ ਦੁਖੀ ਨਾ ਹੋ, ਸਗੋਂ ਉਹ ਹੀ ਕਰ ਜੋ ਸਾਰਾ ਕਹਿੰਦੀ ਹੈ, ਕਿਉਂਕਿ ਤੇਰੇ ਵੰਸ਼ ਦਾ ਨਾਂ ਇਸਹਾਕ ਤੋਂ ਹੀ ਚੱਲੇਗਾ। ਪਰ ਮੈਂ ਗੁਲਾਮ ਔਰਤ ਅਤੇ ਉਸਦੇ ਪੁੱਤਰ ਨੂੰ ਇੱਕ ਵੱਡੀ ਕੌਮ ਪੈਦਾ ਕਰੂੰਗਾ, ਕਿਉਂਕਿ ਉਹ ਵੀ ਤੇਰਾ ਪੁੱਤਰ ਹੈ। ਸੋ ਕਿਹਦੇ ਕਾਰਨ ਇਹ ਸਭ ਕੁਝ ਹੋ ਰਿਹਾ? ਅਬਰਾਹਮ ਦੇ ਕਾਰਨ। ਜਿਸ ਤਰ੍ਹਾਂ ਅਸੀਂ ਪਹਿਲਾਂ ਦੇਖਿਆ ਸੀ, ਲੂਤ ਦੀ ਜਾਨ ਪ੍ਰਭੂ ਨੇ ਕਿਉਂ ਬਚਾਈ? ਅਬਰਾਹਮ ਦੇ ਕਾਰਨ। ਉਹ ਛੋਟਾ ਦੇਸ਼ ਜਿਹੜਾ ਸ਼ੋਆਰ ਸੀ, ਉਹ ਪ੍ਰਭੂ ਨੇ ਕਿਸ ਦੇ ਕਾਰਨ ਬਚਾਇਆ? ਅਬਰਾਹਮ ਦੇ। ਠੀਕ, ਲੂਤ ਉਸ ਸ਼ਹਿਰ ਦੇ ਵਿੱਚ ਬਾਅਦ ਚ ਰਿਹਾ ਹੀ ਨਹੀਂ, ਗਿਆ ਤਾਂ ਫਿਰ ਵੀ ਉੱਥੇ ਜਿੱਥੇ ਪ੍ਰਭੂ ਨੇ ਉਸਨੂੰ ਘੱਲਿਆ ਸੀ। ਤੇ ਜੇ ਪ੍ਰਭੂ ਦੇ ਕਹੇ ਤੇ ਉਹ ਪਹਿਲਾਂ ਹੀ ਉੱਥੇ ਚਲਾ ਜਾਂਦਾ, ਔਰ ਜਿਸ ਲਈ ਉਸਨੂੰ ਕਿਹਾ ਸੀ ਕਿ ਤੂੰ ਤੁਰ ਪਾ, ਆਪਣੇ ਟੱਬਰ ਨੂੰ ਲੈ ਕੇ ਤੁਰਿਆ ਨਹੀਂ, ਤੇ ਉਸਨੂੰ ਬਾਹੋਂ ਫੜ ਕੇ ਬਾਹਰ ਕੱਢਣਾ ਪਿਆ, ਤੇ ਤੁਰ ਪੈਂਦਾ ਤਾਂ ਉਹ ਪਹਾੜਾਂ ਦੇ ਵਿੱਚ ਪਹੁੰਚ ਜਾਂਦਾ। ਉਸਦੀ ਪਤਨੀ ਲੂਣ ਦਾ ਖੰਭਾ ਨਾ ਬਣਦੀ, ਕਿਉਂਕਿ ਉੱਥੋਂ ਤਾਂ ਪਿੱਛੇ ਕੋਈ ਦਿਸਦਾ ਹੀ ਨਹੀਂ ਸੀ। ਠੀਕ, ਬਾਅਦ ਦੇ ਵਿੱਚ ਵੀ ਤਾਂ ਉਹਨਾਂ ਪਹਾੜਾਂ ਨੂੰ ਹੀ ਗਿਆ ਨਾ ਜਿੱਥੇ ਪ੍ਰਭੂ ਨੇ ਘੱਲਿਆ। ਲੇਕਿਨ ਅਸੀਂ ਇੱਥੇ ਇਹ ਦੇਖਦੇ ਪਏ ਹਾਂ ਕਿ ਜਿੱਦਾਂ ਲੂਤ ਨੇ ਆਪਣਾ ਰਸਤੇ ਦੇ ਵਿੱਚ, ਭਾਵੇਂ ਉਹ ਛੋਟੀ ਯਾਤਰਾ ਸੀ, ਆਪਣਾ ਰਸਤਾ ਆਪ ਚੁਣਨ ਦੀ ਕੋਸ਼ਿਸ਼ ਕੀਤੀ, ਉਦਾਂ ਹੀ ਸਾਰਾ ਨੇ ਵੀ ਆਪਣਾ ਰਸਤਾ ਆਪ ਚੁਣਨ ਦੀ ਕੋਸ਼ਿਸ਼ ਕੀਤੀ। ਔਰ ਅੱਜ ਉਸੇ ਇਜ਼ਰਾਈਲ ਦੇ ਆਲੇ ਦੁਆਲੇ 8 ਮੁਸਲਮਾਨ ਕੰਟਰੀ,
ਜੋ ਦਿਨ ਰਾਤ ਜਿਹੜਾ ਯਹੂਦੀ ਨੂੰ ਉਹ ਛੋਟਾ ਸ਼ੈਤਾਨ ਕਹਿੰਦੇ ਆ ਤੇ ਅਮਰੀਕਾ ਨੂੰ ਉਹ ਵੱਡਾ ਸ਼ੈਤਾਨ ਕਹਿੰਦੇ। ਔਰ ਇਹਨਾਂ ਦੋਨਾਂ ਦਾ ਜਿਹੜਾ ਮਰਨਾ ਉਹ ਜ਼ਰੂਰੀ ਆ ਉਹਨਾਂ ਦੇ ਲਈ, ਜੋ ਉਹਨਾਂ ਨੂੰ ਸਿਖਾਇਆ ਜਾਂਦਾ। ਐਂਡ ਇਟ ਇਜ਼ ਨਾਟ ਕੋਈ ਸੀਕ੍ਰੇਟ ਨਹੀਂ ਗਾ, ਇਹ ਤਾਂ ਤੁਸੀਂ ਜਿੱਥੇ ਮਰਜ਼ੀ ਜਾ ਕੇ ਸੁਣ ਲਓ। ਯਹੂਦੀ ਔਰ ਕ੍ਰਿਸਚਨ ਸਾਨੂੰ ਉਹ ਸਲੀਬ ਦੇ ਲੋਕ ਕਹਿੰਦੇ ਆ, ਤੇ ਯਹੂਦੀ ਤਾਂ ਉਦਾਂ ਹੀ ਉਹਨਾਂ ਦੇ ਲਈ ਇੱਕ ਬੇਹੂਦੀ ਕੌਮ ਜੋ ਇਸ ਧਰਤੀ ਤੇ ਨਹੀਂ ਰਹਿਣਾ ਚਾਹੀਦੀ, ਉਹ ਨਾਪਾਕ ਕੌਮ। ਸੋ ਉਹ ਚੀਜ਼ਾਂ ਅੱਜ ਨਾ ਹੁੰਦੀਆਂ। ਠੀਕ, ਸੋ ਅਸੀਂ ਇਹ ਪ੍ਰਭੂ ਦੇ ਵਚਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੱਸ 17-18 ਸਾਲ ਦੀ ਸਿਰਫ ਉਮਰ ਆ ਬੱਚੇ ਦੀ ਜਿਹੜਾ ਜਾ ਰਿਹਾ, ਔਰ ਜਿਸ ਵੇਲੇ ਉਹ ਜਾ ਰਿਹਾ ਉਹਨਾਂ ਦਾ ਪਾਣੀ ਮੁੱਕ ਗਿਆ, ਤੇ ਦੇਖੋ ਪ੍ਰਭੂ ਉਹਨਾਂ ਦਾ ਵੀ ਧਿਆਨ ਰੱਖਦਾ ਪਿਆ, ਇਹਨਾਂ ਦਾ ਵੀ ਗਾਂਹ ਜਾ ਕੇ ਪ੍ਰਭੂ ਨੇ ਧਿਆਨ ਰੱਖਣਾ। ਕਿ ਜਿਸਲੇ ਇਹਨਾਂ ਨੇ ਪਾਣੀ ਦੇ ਲਈ ਰੋਣਾ ਆ, ਤੇ ਪ੍ਰਭੂ ਉਹ ਪਾਣੀ ਦਾ ਜਲ ਬਣ ਕੇ ਉਹਨਾਂ ਦੇ ਨਾਲ ਚੱਲਦਾ ਪਿਆ। ਪਾਣੀ ਬਹੁਤ ਇੰਪੋਰਟੈਂਟ ਆ ਮਿਡਲ ਈਸਟ ਦੇ ਵਿੱਚ, ਪਾਣੀ ਬਹੁਤ ਇੰਪੋਰਟੈਂਟ ਆ। ਔਰ ਇਸ ਕਰਕੇ ਪ੍ਰਭੂ ਨੇ ਉਸਦੀਆਂ ਅੱਖਾਂ ਖੋਲ ਦਿੱਤੀਆਂ ਤੇ ਉਸਨੂੰ ਜਿਹੜਾ ਇੱਕ ਪਾਣੀ ਦਾ ਇੱਥੇ ਤੱਕ ਖੂਹ ਕਿਹਾ, ਪਰ ਲੇਕਿਨ ਇੱਕ ਪਾਣੀ ਦਾ ਸੁੰਮ ਫੁੱਟਿਆ, ਔਰ ਉਹ ਜਿਹੜਾ ਪ੍ਰਭੂ ਨੇ ਉਸਨੂੰ ਦਿਖਾਇਆ। ਉਸਨੇ ਆਪ ਵੀ ਪਾਣੀ ਪੀਤਾ, ਮਸ਼ਕ ਵੀ ਭਰੀ, ਆਪਣੇ ਪੁੱਤਰ ਨੂੰ ਵੀ ਪਿਲਾਇਆ, ਔਰ ਪ੍ਰਭੂ ਨੇ ਆਪਣੇ ਕੀਤੇ ਹੋਏ ਵਾਅਦੇ ਦੇ ਅਨੁਸਾਰ ਉਹਨਾਂ ਨੂੰ ਬਸਾ ਦਿੱਤਾ। ਔਰ ਉਸਨੇ ਇਜਿਪਟ ਤੋਂ ਉਸਦੇ ਲਈ ਪਤਨੀ ਲਿਆਂਦੀ, ਔਰ ਉਸਦਾ ਕਬੀਲਾ ਵੀ ਸ਼ੁਰੂ ਹੋ ਗਿਆ। ਅਸੀਂ ਇਹ ਦੇਖਦੇ ਪਏ ਹਾਂ। ਔਰ ਜਿੱਦਾਂ ਅਸੀਂ ਪਹਿਲਾਂ ਦੇਖਿਆ ਕਿ ਉਹ ਤਾਂ ਸ਼ੁਰੂ ਤੋਂ ਬਹੁਤ ਤੇਜ਼ ਬੱਚਾ ਸੀਗਾ, ਚੁਸਤ ਸੀਗਾ, ਤਕੜਾ ਸੀਗਾ, ਔਰ ਉੱਥੇ ਉਹ ਆਪਣੀ ਮਾਂ ਦੇ ਨਾਲ ਵੱਧਦਾ ਫੁੱਲਦਾ ਗਿਆ, ਔਰ ਉਹ ਉੱਥੇ ਪ੍ਰਭੂ ਦੇ ਰਹਿਮ ਦੇ ਨਾਲ ਪ੍ਰਭੂ ਨੇ ਉਸਨੂੰ ਵੀ ਬਤਾਉਣਾ ਸ਼ੁਰੂ ਕੀਤਾ। ਉਸਦੇ ਉੱਤੇ ਵੀ ਪ੍ਰਭੂ ਨੇ ਕਿਰਪਾ ਕੀਤੀ, ਔਰ ਇਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਪਏ। ਔਰ ਹੁਣ ਅਸੀਂ ਬੇਸਿਕਲੀ ਜਿਹੜਾ ਅਗਲੀ ਚੀਜ਼ ਜਿਹੜੀ ਇੱਥੇ ਅਸੀਂ ਆਉਣੇ ਪਏ ਹਾਂ, ਉਹ 1864 ਤੋਂ 1838 ਦੇ ਵਿੱਚ ਇਹ ਚੀਜ਼ ਦੇਖਦੇ ਪਏ ਕਿ ਅਬਰਾਹਮ ਦੀ ਹੁਣ ਇੱਕ ਸੰਧੀ ਹੋਣੀ ਹੈ ਅਬੀਮਲਕ ਦੇ ਨਾਲ, ਔਰ ਜਿਸ ਦੇ ਅਨੁਸਾਰ ਹੁਣ ਅਬਰਾਹਮ ਉੱਥੇ ਹੋਰ ਪੱਕੇ ਤੌਰ ਦੇ ਉੱਤੇ ਰਹਿ ਸਕਦਾ, ਜਿਸ ਧਰਤੀ ਤੇ ਉਹ ਇਸ ਵੇਲੇ ਬੈਠਾ। ਸੋ ਕੋਈ ਜਾਣਾ ਇਸ ਨੂੰ ਪੜ੍ਹੇ 22 ਆਇਤ ਤੋਂ ਲੈ ਕੇ 34 ਆਇਤ ਤੱਕ। ਮੈਂ ਪੜ੍ਹ ਦਿੰਦੀ ਪਾਸਟਰ ਜੀ। ਅਬਰਾਹਮ ਅਤੇ ਅਬੀਮਲਕ ਵਿੱਚ ਸੰਧੀ। ਅਬੀਮਲਕ ਅਤੇ ਉਸਦੇ ਸੈਨਾਪਤੀ ਫਿਕੋਲ ਨੇ ਅਬਰਾਹਮ ਨੂੰ ਕਿਹਾ, ਪਰਮੇਸ਼ਰ ਤੇਰੇ ਹਰ ਕੰਮ ਨਾਲ ਹੈ, ਇਸ ਲਈ ਤੂੰ ਆਪਣੇ ਪਰਮੇਸ਼ਰ ਦੇ ਸਾਹਮਣੇ ਮੇਰੇ ਨਾਲ ਪ੍ਰਤਿਗਿਆ ਕਰ ਕਿ ਤੂੰ ਮੇਰੇ ਅਤੇ ਮੇਰੀ ਸੰਤਾਨ ਨਾਲ ਕਿਸੇ ਤਰ੍ਹਾਂ ਦਾ ਧੋਖਾ ਨਹੀਂ ਕਰੇਗਾ। ਮੈਂ ਤੇਰੇ ਨਾਲ ਪੂਰੀ ਵਫ਼ਾਦਾਰੀ ਨਾਲ ਰਿਹਾ ਹਾਂ, ਅਤੇ ਹੁਣ ਤੂੰ ਵੀ ਸਹੁੰ ਚੁੱਕ ਕੇ ਤੂੰ ਮੇਰੇ ਨਾਲ ਅਤੇ ਮੇਰੇ ਦੇਸ਼ ਵੱਲ ਪੂਰੀ ਵਫ਼ਾਦਾਰੀ ਨਿਭਾਏਗਾ ਜਿੱਥੇ ਤੂੰ ਰਹਿ ਰਿਹਾ ਹੈ। ਅਬਰਾਹਮ ਨੇ ਕਿਹਾ, ਮੈਂ ਪ੍ਰਤਿਗਿਆ ਕਰਦਾ ਹਾਂ। ਅਬਰਾਹਮ ਨੇ ਅਬੀਮਲਕ ਅਤੇ ਅੱਗੇ ਸ਼ਿਕਾਇਤ ਕੀਤੀ ਕਿ ਉਸਦੇ ਦਾਸਾਂ ਨੇ ਉਹਨਾਂ ਤੋਂ ਇੱਕ ਖੂਹ ਲਿਆ ਹੈ। ਅਬੀਮਲਕ ਨੇ ਉੱਤਰ ਦਿੱਤਾ, ਮੈਂ ਨਹੀਂ ਜਾਣਦਾ ਕਿ ਇਹ ਸਭ ਕਿਸਨੇ ਕੀਤਾ ਹੈ, ਨਾ ਹੀ ਤੂੰ ਮੈਨੂੰ ਪਹਿਲਾਂ ਕਿਸੇ ਬਾਰੇ ਦੱਸਿਆ। ਮੈਨੂੰ ਅੱਜ ਇਸ ਬਾਰੇ ਤੇਰੇ ਤੋਂ ਪਤਾ ਲੱਗ ਰਿਹਾ ਹੈ। ਤਦ ਅਬਰਾਹਮ ਨੇ ਅਬੀਮਲਕ ਨੂੰ ਕੁਝ ਭੇਡਾਂ ਅਤੇ ਬਲਦ ਦਿੱਤੇ, ਅਤੇ ਉਹਨਾਂ ਦੋਹਾਂ ਨੇ ਆਪੋ ਵਿੱਚ ਇੱਕ ਸੰਧੀ ਕੀਤੀ। ਅਬਰਾਹਮ ਨੇ ਆਪਣੇ ਇੱਜੜ ਵਿੱਚੋਂ 7 ਲੇਲੇ ਵੱਖ ਕੀਤੇ। ਅਬੀਮਲਕ ਨੇ ਉਸ ਤੋਂ ਪੁੱਛਿਆ, ਇਸ ਦਾ ਕੀ ਅਰਥ ਹੈ? ਅਬਰਾਹਮ ਨੇ ਉੱਤਰ ਦਿੱਤਾ, ਇਹ 7 ਲੇਲੇ ਤੂੰ ਮੇਰੇ ਹੱਥੋਂ ਲਵੇਂਗਾ, ਜੋ ਇਸ ਗੱਲ ਦੀ ਗਵਾਹੀ ਹੋਵੇਗੀ ਕਿ ਇਹ ਖੂਹ ਮੈਂ ਪੁੱਟਿਆ ਹੈ। ਉਸ ਥਾਂ ਦਾ ਨਾਂ ਜਿੱਥੇ ਦੋਹਾਂ ਵਿੱਚ ਇਹ ਸੰਧੀ ਹੋਈ ਬੇਰਸ਼ਬਾ ਪੈ ਗਿਆ। ਸੋ ਅਬਰਾਹਮ ਅਤੇ ਅਬੀਮਲਕ ਨੇ ਬੇਰਸ਼ਬਾ ਦੀ ਥਾਂ ਤੇ ਇਹ ਸੰਧੀ ਕੀਤੀ। ਇਸ ਦੇ ਪਿੱਛੋਂ ਅਬੀਮਲਕ ਅਤੇ ਉਸ ਦਾ ਸੈਨਾਪਤੀ ਫਿਕੋਲ ਆਪਣੇ ਦੇਸ਼ ਨੂੰ ਵਾਪਸ ਮੁੜ ਗਏ। ਅਬਰਾਹਮ ਨੇ ਇੱਕ ਓਕਾਂ ਦਾ ਰੁੱਖ ਉੱਥੇ ਲਾਇਆ ਅਤੇ ਉਸ ਨੇ ਉੱਥੇ ਹਮੇਸ਼ਾ ਰਹਿਣ ਵਾਲੇ ਪ੍ਰਭੂ ਪਰਮੇਸ਼ਰ ਦੀ ਉਪਾਸਨਾ ਕੀਤੀ। ਅਬਰਾਹਮ ਫਿਲਿਸਤੀਆਂ ਦੇ ਦੇਸ਼ ਵਿੱਚ ਬਹੁਤ ਦਿਨਾਂ ਤੱਕ ਰਿਹਾ। ਆਮੀਨ। ਬਹੁਤ ਦਿਨਾਂ ਤੱਕ ਰਿਹਾ। ਸੋ ਫਿਲਿਸਤੀਆਂ ਇਹਨਾਂ ਬਾਰੇ ਅਸੀਂ ਗਾਂਹ ਜਾ ਕੇ ਬਹੁਤ ਪੜ੍ਹਨਾ, ਫਿਲਿਸਤੀ ਲੋਕਾਂ ਦੇ ਬਾਰੇ। ਲੇਕਿਨ ਦੇਖੋ ਕਿੱਦਾਂ ਇਹ ਸਾਰੀਆਂ ਕੌਮਾਂ ਦੇ ਨਾਮ ਆਉਣੇ ਸ਼ੁਰੂ ਹੋ ਗਏ।
राइट। और ਅਸੀਂ ਇਹਨਾਂ ਕੌਮਾਂ ਦੇ ਨਾਮ ਹੀ ਬਾਰ-ਬਾਰ ਸੁਣਨੇ ਆ। ਔਰ ਇਹ ਕੌਮਾਂ ਉਹ ਤਿੰਨਾਂ ਪੁੱਤਰਾਂ ਦੇ, ਨੋਹਾ ਦੇ ਤਿੰਨਾਂ ਪੁੱਤਰਾਂ ਦੇ ਖਾਨਦਾਨਾਂ ਦੇ ਵਿੱਚੋਂ ਇਹ ਜਿਹੜੀਆਂ ਕੌਮਾਂ ਇਹ ਪੈਦਾ ਹੋਈਆਂ, ਸ਼ੁਰੂ ਹੋਈਆਂ ਸੀ। ਔਰ ਜੈਫਤ ਦਾ ਜਿਹੜਾ ਖਾਨਦਾਨ ਸੀ ਉਹ ਬਹੁਤ ਫੇਅਰ ਸੀਗਾ, ਉਹਨਾਂ ਦੇ ਰੰਗ ਬਹੁਤ ਸਾਫ਼ ਸੀਗੇ, ਜਿਨ੍ਹਾਂ ਦੇ ਵਿੱਚੋਂ ਮੋਸਟਲੀ ਅਸੀਂ ਜਿੰਨੀ ਵੀ ਚਾਈਨੀਜ਼ ਟ੍ਰਾਈਬਸ ਆ ਇਹ ਵੀ ਸਾਰੀਆਂ ਜੈਫਤ ਦੇ ਖਾਨਦਾਨ ਦੇ ਵਿੱਚੋਂ ਆਉਂਦੀਆਂ, ਜਿੰਨੀਆਂ ਰਸ਼ੀਅਨ ਟ੍ਰਾਈਬਸ ਆ ਉਹ ਵੀ ਸਾਰੀਆਂ ਉਹਨਾਂ ਦੇ ਵਿੱਚੋਂ ਆਉਂਦੀਆਂ, ਜਿੰਨੀਆਂ ਜਰਮਾਨਿਕ ਆ ਉਹ ਵੀ ਜੈਫਤ ਦੇ ਖਾਨਦਾਨ ਦੇ ਵਿੱਚੋਂ ਆਉਂਦੀਆਂ, ਜਿੰਨੀਆਂ ਬਰਤਾਨਵੀ ਇਲਾਕੇ ਦੇ ਵਿੱਚ ਉਹ ਵੀ ਜੈਫਤ ਦੇ ਖਾਨਦਾਨ ਦੇ ਵਿੱਚੋਂ ਆਉਂਦੀਆਂ, ਔਰ ਜਿੰਨੀਆਂ ਇਟਾਲੀਅਨ, ਗ੍ਰੀਕ, ਰੋਮਨਸ ਇਹ ਸਭ ਜੈਫਤ ਦੇ ਖਾਨਦਾਨ ਦੇ ਵਿੱਚੋਂ ਆਉਂਦੇ ਆ। ਔਰ ਇੱਧਰ ਆ ਕੇ ਵੀ ਇਹਨਾਂ ਟ੍ਰਾਈਬਾਂ ਨੇ ਇਹਨਾਂ ਮੁਲਕਾਂ ਨੂੰ ਜਿਹੜਾ ਵਸਾਇਆ ਉਹ ਜੈਫਤ ਦੀਆਂ ਸੰਤਾਨਾਂ ਨੇ ਆ ਕੇ ਹੀ ਵਸਾਇਆ। ਲੇਕਿਨ ਜਿਹੜੇ ਨੇਟਿਵ ਇੰਡੀਅਨ ਆ ਉਹ ਹੈਮ ਦੇ ਖਾਨਦਾਨ ਦੇ ਵਿੱਚੋਂ ਆਉਂਦੇ ਆ। ਜਿਹੜਾ ਉਸਦੇ ਪੁੱਤਰ ਦਾ ਨਾਂ ਹਾਮ, ਉਸਦੇ ਖਾਨਦਾਨਾਂ ਦੇ ਵਿੱਚੋਂ ਇਹ ਮੋਸਟਲੀ ਜਿਹੜੇ ਨੇਟਿਵ ਲੋਕ ਆ ਇਹ ਉਹਨਾਂ ਦੇ ਵਿੱਚੋਂ ਇੱਥੇ ਆਉਂਦੇ ਆ। ਸੋ ਜਿਸ ਲਈ ਅਸੀਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਪਏ ਹਾਂ ਕਿ ਕਿੱਦਾਂ ਪ੍ਰਭੂ ਨੇ, ਜਿਸ ਤਰ੍ਹਾਂ ਉਸਨੇ ਕਿਹਾ ਸੀਗਾ ਕਿ ਜਿਹੜਾ ਜਿਸ ਵੇਲੇ ਉਸਨੇ ਆਪਣੇ ਪੁੱਤਰਾਂ ਨੂੰ ਬਰਕਤ ਦਿੱਤੀ ਸੀ ਨੋਹਾ ਨੇ, ਉਸ ਬਰਕਤ ਦੇ ਵਿੱਚ ਉਸਨੇ ਜਿਹੜੀ ਪੂਰੀ ਜਿਹੜੀ ਬਰਕਤ ਸੀ ਉਹ ਸ਼ੈਮ ਨੂੰ ਦਿੱਤੀ ਸੀ। ਪ੍ਰਭੂ ਤੇਰੇ ਉੱਤੇ ਕਿਰਪਾ ਕਰੇ ਔਰ ਕਨਾਨ ਤੇਰੀ ਗੁਲਾਮੀ ਕਰੇ। ਔਰ ਇਸੇ ਤਰ੍ਹਾਂ ਉਸਨੇ ਜਿਹੜੀ ਜੈਫਤ ਨੂੰ ਬਰਕਤ ਦਿੱਤੀ ਸੀ ਕਿ ਪ੍ਰਭੂ ਤੇਰੇ ਉੱਤੇ ਕਿਰਪਾ ਕਰੇ, ਤੂੰ ਉਹਦੇ ਤੰਬੂ ਦੇ ਵਿੱਚ, ਉਸ ਜਾਣੀ ਕਿ ਤੰਬੂ ਦੇ ਵਿੱਚ ਰਹੇ, ਸ਼ੈਮ ਦੇ ਤੰਬੂ ਦੇ ਵਿੱਚ ਰਹੇ ਔਰ ਕਨਾਨ ਤੇਰੀ ਗੁਲਾਮੀ ਕਰੇ। ਸੋ ਅਸੀਂ ਜਿਹੜੀ ਉਹ ਬਰਕਤ ਨੂੰ ਅਸੀਂ ਬਾਰ-ਬਾਰ ਹੁੰਦਾ ਪੂਰਾ ਹੁੰਦਾ ਦੇਖਦੇ ਪਏ ਹਾਂ ਕਿ ਅਸੀਂ ਇੱਥੇ ਜਿਹੜਾ ਅਬਰਾਹਮ ਤੇ ਯਾਫਤ ਦਾ ਜੋ ਕਿ ਸ਼ੈਮ ਦੇ ਖਾਨਦਾਨ ਚੋਂ ਆ, ਔਰ ਅਬੀਮਲਕ ਜਿਹੜਾ ਇਸ ਵੇਲੇ ਯਾਫਤ ਦੇ ਖਾਨਦਾਨ ਚੋਂ, ਜਿਹੜਾ ਜਿਨ੍ਹਾਂ ਤੋਂ ਫਲਸਤੀ ਟ੍ਰਾਈਬਾਂ ਜਿਹੜੀਆਂ ਸ਼ੁਰੂ ਹੋਈਆਂ ਔਰ ਉਹਨਾਂ ਨੇ ਗਾਂਹ ਜਾ ਕੇ ਪਿੱਛੇ ਨੂੰ ਜਾ ਕੇ ਸਾਰਾ ਬੇਸਿਕਲੀ ਸਾਰਾ ਰੋਮ ਵਸਾਇਆ, ਸਾਰਾ ਔਰ ਰੋਮ ਤੋਂ ਫਿਰ ਸਾਰਾ ਇਟਲੀ ਦਾ ਇਲਾਕਾ ਵਸਿਆ, ਉੱਥੋਂ ਫਿਰ ਸਾਰਾ ਜਰਮਨ ਦੇ ਵੱਲ ਨੂੰ ਕੁਛ ਵੱਧ ਗਏ, ਕੁਛ ਉੱਧਰ ਨੂੰ ਬਰਤਾਨੀਆ ਦੇ ਵੱਲ ਨੂੰ ਵੱਧ ਗਏ, ਔਰ ਕੁਛ ਉੱਧਰੋਂ ਦੀ ਨਿਕਲ ਕੇ ਰਸ਼ੀਆ ਨੂੰ ਚਲੇ ਗਏ ਤੇ ਉੱਧਰੋਂ ਦੀ ਆ ਕੇ ਫਿਰ ਚਾਈਨਾ ਦੇ ਇਲਾਕੇ ਇਹ ਸਾਰੇ ਉਹਨਾਂ ਨੇ ਵਸਾਇਆ। ਸੋ ਅਸੀਂ ਉਹ ਸੰਧੀ ਇੱਥੇ ਹੁੰਦੀ ਦੇਖਦੇ ਕਿ ਕਿਸ ਤਰ੍ਹਾਂ ਪ੍ਰਭੂ ਨੇ ਉਹਨਾਂ ਦੇ ਵਿੱਚ ਸੰਧੀਆਂ ਸ਼ੁਰੂ ਕਰ ਦਿੱਤੀਆਂ। ਔਰ ਉਸਨੇ ਅਬਰਾਹਮ ਨੇ ਈਵਨ ਉਹਨਾਂ ਨੂੰ ਸ਼ਿਕਾਇਤ ਵੀ ਕੀਤੀ ਕਿ ਦੇਖ ਮੈਂ ਪਾਣੀ ਦਾ ਖੂਹ ਪੁੱਟਿਆ ਸੀ, ਉਹ ਤੇਰੇ ਨੌਕਰਾਂ ਨੇ ਉੱਤੇ ਆ ਕੇ ਕਬਜ਼ਾ ਕਰ ਲਿਆ। ਉਸਨੇ ਕਿਹਾ ਮੈਨੂੰ ਇਸ ਚੀਜ਼ ਦਾ ਕੁਛ ਨਹੀਂ ਪਤਾ। ਔਰ ਫਿਰ ਉਸਨੇ ਉੱਥੇ ਵੀ ਸੰਧੀ ਕੀਤੀ, ਉਸਨੇ ਉਸਨੂੰ 7 ਲੈ ਲੈ ਦਾ ਇੱਥੇ ਕੀ ਮਤਲਬ ਹੈ ਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਮਤਲਬ ਕੱਢਣੇ ਮੰਗਦੇ, ਬੇਸਿਕਲੀ 7 ਲੈ ਲੈ ਉਸਨੇ ਜੋ ਸੰਧੀ ਦੀ ਨਿਸ਼ਾਨੀ ਦਿੱਤੀ ਆ। ਸੰਧੀ ਉਹਨਾਂ ਦੇ ਵਿੱਚ ਹੋਈ, ਉਸਨੇ ਉਸਨੂੰ 7 ਲੇਲੇ ਦਿੱਤੇ ਆ ਔਰ ਉਸ ਥਾਂ ਦਾ ਨਾਮ ਇਹ ਸ਼ਬਾ ਪੈ ਗਿਆ। ਹੁਣ ਅਸੀਂ ਇਸ ਜਗ੍ਹਾ ਨੂੰ ਵੀ ਬਹੁਤ ਪੜ੍ਹਨਾ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇਸ ਇਲਾਕੇ ਦੇ ਵਿੱਚ ਵੀ ਬਹੁਤ ਕੰਮ ਕੀਤੇ। ਸੋ ਅਸੀਂ ਇਹਨਾਂ ਸਾਰਿਆਂ ਇਲਾਕਿਆਂ ਦੇ ਦੇਖੋ ਕੌਮਾਂ ਦੇ ਨਾਂ, ਇਲਾਕਿਆਂ ਦੇ ਨਾਂ ਆਉਣੇ ਸ਼ੁਰੂ ਹੋ ਗਏ ਔਰ ਇਹ ਅੱਜ ਵੀ ਇਹਨਾਂ ਇਲਾਕਿਆਂ ਦੇ ਇਹੋ ਹੀ ਨਾਂ, ਇਹਨਾਂ ਵਿੱਚੋਂ ਬਹੁਤੇ ਇਲਾਕਿਆਂ ਦੇ ਜਿਹੜੇ ਨਾਂ ਬਦਲ ਨਹੀਂ ਹੋਏ, ਇਹ ਨਾਂ ਹੈਗੇ, ਹਾਲੇ ਵੀ ਹੈਗੇ। ਸੋ ਅਸੀਂ ਦੇਖਦੇ ਪਏ ਕਿ ਉੱਥੇ ਉਸਨੇ ਇੱਕ ਓਕਾਰ ਦਾ ਬੂਟਾ ਲਾਇਆ ਔਰ ਉਸਦੇ ਨਾਲ ਉਸਨੇ ਪਰਮੇਸ਼ਰ ਜਿਹੜਾ ਹਮੇਸ਼ਾ ਉਸਦੇ ਨਾਲ ਰਹਿ ਰਿਹਾ ਸੀ, ਉਸਨੂੰ ਪ੍ਰਭੂ ਨੂੰ ਉਸਨੇ ਬਰਕਤ ਦਿੱਤੀ ਔਰ ਫਿਰ ਉਹ ਸਾਨੂੰ ਦੱਸਦੇ ਕਿ ਉੱਥੇ ਉਹ ਬਹੁਤ ਸਮਾਂ ਰਿਹਾ। ਹੁਣ ਅਸੀਂ ਆ ਗਏ ਹਾਂ ਸਨ 1849 ਮਸੀਹ ਦੇ ਪੈਦਾ ਹੋਣ ਤੋਂ ਪਹਿਲਾਂ ਔਰ ਇਸ ਵੇਲੇ ਇਸਹਾਕ 17-18 ਸਾਲ ਦਾ ਔਰ ਜਿਸ ਵੇਲੇ ਪਹਿਲਾਂ ਵੱਡਾ ਮੁੰਡਾ ਤੋਰਿਆ ਸੀ ਉਹਦੀ ਉਮਰ ਵੀ 17-18 ਸਾਲ ਦੀ ਸੀ। ਜੋ ਅਬਰਾਹਮ ਦੇ ਦਿਲ ਦੇ ਵਿੱਚ ਦੁੱਖ ਤਾਂ ਬਹੁਤ ਹੋਇਆ, ਪਰ ਪ੍ਰਭੂ ਨੇ ਉਸ ਨੂੰ ਸਹਾਰਾ ਦਿੰਦੇ ਹੋਏ ਕਿਹਾ ਕਿ ਮੈਂ ਤੇਰੇ ਨਾਲ। ਔਰ ਹੁਣ
ਦੂਜਾ ਮੁੰਡਾ 17-18 ਸਾਲ ਦਾ ਹੋ ਚੁੱਕਾ। ਔਰ ਠੀਕ ਉਸ ਸਮੇਂ ਦੇ ਉੱਤੇ ਪ੍ਰਭੂ ਦੀ ਬਹੁਤ ਵੱਡੀ ਮੰਗ ਉਹਦੇ ਕੋਲ ਆਈ। ਔਰ ਇਸ ਦੇ ਵਿੱਚ ਬਹੁਤ ਵੱਡੀ ਜਿਹੜੀ ਚੀਜ਼ ਆ ਉਹ ਅਸੀਂ ਦੇਖਾਂਗੇ। ਆਈ ਡੋਂਟ ਥਿੰਕ ਅਸੀਂ ਸਾਰਾ ਕੁਝ ਕਵਰ ਕਰ ਸਕਾਂਗੇ ਅੱਜ, ਲੇਕਿਨ ਅਸੀਂ ਟਿਊਜ਼ਡੇ ਨੂੰ ਇਸ ਨੂੰ ਚੰਗੀ ਤਰ੍ਹਾਂ ਕਵਰ ਕਰਾਂਗੇ, ਕਿਉਂਕਿ ਇਹ ਜਿਹੜਾ ਇੱਕ ਹਿੱਸਾ ਆ, ਇਹ ਹਿੱਸਾ ਮੇਨ ਹਿੱਸਾ ਆ ਸਾਰੇ ਪੁਰਾਣੇ ਨਿਯਮ ਦਾ। ਬੇਸਿਕਲੀ ਇਹ ਮੇਨ ਚੀਜ਼। ਸੋ ਕਿਉਂਕਿ ਇਹ ਇੱਕ ਐਸੀ ਚੀਜ਼ ਆ ਜਿਹੜੀ ਜਿਸ ਨੇ ਪਿੱਛੇ ਸ਼ੈਤਾਨ ਨੂੰ ਵੀ ਭੁੱਲ ਭੁਲੇਖੇ ਦੇ ਵਿੱਚ ਪਾ ਦਿੱਤਾ ਸੀ, ਜਿਸ ਲਈ ਅਯੂਬ ਦੀ ਗੱਲ ਆਉਂਦੀ ਪਈ ਸੀ ਕਿ ਤੂੰ ਇਹ ਤੋਂ ਜੋ ਕੁਛ ਹੈਗਾ ਉਹ ਲੈ ਲਾ। ਸੋ ਹੁਣ ਉਹ ਚੀਜ਼ ਇੱਥੇ ਵੀ ਆ ਗਈ। ਇੱਕ ਪੁੱਤਰ ਉਸਨੇ ਤੋੜ ਦਿੱਤਾ ਹੈ, ਉਹ ਚਲਾ ਗਿਆ। ਹੀ ਇਜ਼ ਵੈਲ ਸੈਟਲਡ, ਮੈਰਿਡ, ਗਾਂ ਜਾ ਕੇ ਅਸੀਂ ਉਹਦੀਆਂ ਸੰਤਾਨਾਂ ਦੇ ਨਾਂ ਪੜ੍ਹਨੇ। ਔਰ ਲੇਕਿਨ ਇਹ ਦੂਸਰਾ ਪੁੱਤਰ ਆ ਜਿਹੜਾ ਬੇਸਿਕਲੀ ਮੰਮੀ ਬੋਏ, ਔਰ ਇਹਦੀ ਹੁਣ ਪ੍ਰਭੂ ਨੇ ਉਹ ਤੋਂ ਮੰਗ ਕਰਨੀ ਆ। ਔਰ ਇੱਥੋਂ ਹੀ ਸਾਡੀ ਸਾਰੀ ਮੁਕਤੀ ਦਾ ਜਿਹੜਾ ਕੰਮ ਉਹ ਸ਼ੁਰੂ ਹੋਣਾ। ਸੋ ਉਸ ਮੁਕਤੀ ਨੂੰ ਅਸੀਂ ਇੱਥੇ ਉਹਦੀ ਇੱਕ ਚਿੰਨ੍ਹ ਦੇਖਦੇ ਪਏ, ਛੋਟਾ ਜਿਹਾ ਚਿੰਨ੍ਹ ਦੇਖਦੇ ਪਏ ਆ, ਬਾਪ ਤੇ ਬੇਟਾ, ਬਾਪ ਔਰ ਬੇਟਾ। ਔਰ ਇਸ ਕਰਕੇ ਅਸੀਂ ਇਸ ਹਿੱਸੇ ਦੇ ਵਿੱਚ ਅੱਜ ਆ ਗਏ ਹਾਂ, ਜਿਹੜਾ ਕਿ ਬਹੁਤ ਹੀ ਪਿਆਰਾ ਹਿੱਸਾ ਆ। ਲੇਕਿਨ ਅਸੀਂ ਇਸ ਨੂੰ ਫਿਨਿਸ਼ ਕਰਾਂਗੇ ਟਿਊਜ਼ਡੇ ਨੂੰ। ਲੇਕਿਨ ਆਓ ਅਸੀਂ ਇਸਨੂੰ ਅਸੀਂ ਪੜ੍ਹੀਏ 19 ਆਇਤ ਤੱਕ, 1 ਤੋਂ 19 ਆਇਤ ਤੱਕ ਜਿਸ ਨੂੰ ਮਿਲੇ ਉਸ ਨੂੰ ਪੜ੍ਹਦੇ। ਕਿਵੇਂ ਪੜ੍ਹਦੇ ਪਾਸਟਰ ਜੀ? ਇਸਹਾਕ ਦੀ ਬਲੀ ਦੀ ਮੰਗ। ਇਹਨਾਂ ਗੱਲਾਂ ਦੇ ਪਿੱਛੋਂ ਪਰਮੇਸ਼ਰ ਨੇ ਅਬਰਾਹਮ ਨੂੰ ਪਰਤਾਇਆ। ਪਰਮੇਸ਼ਰ ਨੇ ਉਸਨੂੰ ਕਿਹਾ, ਅਬਰਾਹਮ ਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਪਰਮੇਸ਼ਰ ਨੇ ਕਿਹਾ, ਆਪਣੇ ਇਕਲੌਤੇ ਪੁੱਤਰ ਇਸਹਾਕ ਨੂੰ, ਜਿਸ ਨੂੰ ਤੂੰ ਬਹੁਤ ਪਿਆਰ ਕਰਦਾ ਹੈ, ਲੈ ਅਤੇ ਮੋਰੀਆ ਦੀ ਧਰਤੀ ਤੇ ਜਾ। ਉੱਥੇ ਮੈਂ ਤੈਨੂੰ ਇੱਕ ਪਹਾੜ ਦਿਖਾਵਾਂਗਾ, ਜਿੱਥੇ ਤੂੰ ਉਸਨੂੰ ਹੋਮ ਬਲੀ ਦੇ ਰੂਪ ਵਿੱਚ ਚੜਾਉਣਾ। ਅਗਲੇ ਦਿਨ ਸਵੇਰੇ ਹੀ ਅਬਰਾਹਮ ਨੇ ਕੁਝ ਲੱਕੜਾਂ ਹੋਮ ਬਲੀ ਦੇ ਲਈ ਕੱਟ ਕੇ ਆਪਣੇ ਗਧੇ ਤੇ ਲੱਦੀਆਂ। ਫਿਰ ਉਹ ਆਪਣੇ 2 ਨੌਕਰਾਂ ਨੂੰ ਅਤੇ ਆਪਣੇ ਪੁੱਤਰ ਇਸਹਾਕ ਨੂੰ ਨਾਲ ਲੈ ਕੇ ਪਰਮੇਸ਼ਰ ਦੀ ਦੱਸੀ ਥਾਂ ਦੇ ਵੱਲ ਚੱਲ ਪਿਆ। ਤੀਜੇ ਦਿਨ ਅਬਰਾਹਮ ਨੇ ਦੂਰੋਂ ਉਸ ਥਾਂ ਨੂੰ ਦੇਖਿਆ। ਤਦ ਅਬਰਾਹਮ ਨੇ ਆਪਣੇ ਨੌਕਰਾਂ ਨੂੰ ਕਿਹਾ, ਤੁਸੀਂ ਇੱਥੇ ਗਧੇ ਦੇ ਨਾਲ ਠਹਿਰੋ, ਮੈਂ ਤੇ ਮੁੰਡਾ ਅੱਗੇ ਜਾਂਦੇ ਹਾਂ। ਅਸੀਂ ਪਰਮੇਸ਼ਰ ਦੀ ਉਪਾਸਨਾ ਕਰਕੇ ਵਾਪਸ ਮੁੜ ਆਵਾਂਗੇ। ਅਬਰਾਹਮ ਨੇ ਲੱਕੜਾਂ ਮੁੰਡੇ ਨੂੰ ਚੁਕਾ ਦਿੱਤੀਆਂ ਅਤੇ ਉਸਨੇ ਛੁਰੀ ਅਤੇ ਅੱਗ ਫੜ ਲਈ। ਫਿਰ ਉਹ ਦੋਵੇਂ ਬਲੀ ਵਾਲੀ ਥਾਂ ਵੱਲ ਚੱਲ ਪਏ। ਇਸਹਾਕ ਨੇ ਆਪਣੇ ਪਿਓ ਨੂੰ ਕਿਹਾ, ਪਿਤਾ ਜੀ। ਅਬਰਾਹਮ ਨੇ ਕਿਹਾ, ਹਾਂ ਮੇਰੇ ਪੁੱਤਰ। ਇਸਹਾਕ ਨੇ ਕਿਹਾ, ਸਾਡੇ ਕੋਲ ਅੱਗ ਅਤੇ ਲੱਕੜਾਂ ਤਾਂ ਹਨ, ਪਰ ਹੋਮ ਬਲੀ ਦੇ ਲਈ ਲੇਲਾ ਕਿੱਥੇ ਹੈ? ਅਬਰਾਹਮ ਨੇ ਉੱਤਰ ਦਿੱਤਾ, ਮੇਰੇ ਪੁੱਤਰ, ਪਰਮੇਸ਼ਰ ਆਪ ਹੋਮ ਬਲੀ ਦੇ ਲਈ ਲੇਲਾ ਦੇਵੇਗਾ। ਇਸ ਤਰ੍ਹਾਂ ਉਹ ਗੱਲਾਂ ਕਰਦੇ ਹੋਏ ਅੱਗੇ ਵਧਦੇ ਗਏ। ਉਹ ਦੋਵੇਂ ਜਦੋਂ ਪਰਮੇਸ਼ਰ ਦੀ ਦੱਸੀ ਥਾਂ ਤੇ ਪਹੁੰਚ ਗਏ ਤਾਂ ਅਬਰਾਹਮ ਨੇ ਇੱਕ ਵੇਦੀ ਬਣਾ ਕੇ ਉਸ ਉੱਤੇ ਲੱਕੜਾਂ ਰੱਖ ਦਿੱਤੀਆਂ। ਫਿਰ ਉਸਨੇ ਆਪਣੇ ਪੁੱਤਰ ਨੂੰ ਬੰਨ੍ਹ ਕੇ ਲੱਕੜੀਆਂ ਉੱਤੇ ਜੋ ਵੇਦੀ ਤੇ ਸਨ ਰੱਖ ਦਿੱਤਾ। ਅਸਲ ਜੀ ਕਿੰਨੇ ਤੱਕ ਪੜ੍ਹਨਾ? ਇਸਨੂੰ ਅਸੀਂ ਪੜ੍ਹਨਾ ਹੈ 19 ਤੱਕ। ਓਕੇ ਜੀ। ਤਦ ਅਬਰਾਹਮ ਨੇ ਛੁਰੀ ਚਲਾਉਣ ਲਈ ਹੱਥ ਅੱਗੇ ਵਧਾਇਆ, ਪਰ ਪ੍ਰਭੂ ਦੇ ਸਵਰਗਦੂਤ ਨੇ ਸਵਰਗ ਤੋਂ ਪੁਕਾਰ ਕੇ ਕਿਹਾ, ਅਬਰਾਹਮ, ਅਬਰਾਹਮ। ਅਬਰਾਹਮ ਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਉਸਨੇ ਕਿਹਾ, ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਉਸਨੂੰ ਕੁਝ ਕਰ। ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਰ ਤੋਂ ਡਰਦਾ ਹੈ, ਇੱਥੋਂ ਤੱਕ ਕਿ ਤੂੰ ਆਪਣੇ ਇੱਕਮਾਤਰ ਪੁੱਤਰ ਨੂੰ ਵੀ ਪਿੱਛੇ ਨਾ ਛੱਡਿਆ। ਤਦ ਅਬਰਾਹਮ ਨੇ ਪਿੱਛਾ ਮੁੜ ਕੇ ਦੇਖਿਆ ਤਾਂ ਇੱਕ ਲੇਲਾ ਝਾੜੀਆਂ ਵਿੱਚ ਫਸਿਆ ਪਿਆ ਸੀ। ਉਸਨੇ ਉਹ ਲੇਲਾ ਲੈ ਕੇ ਉਸ ਦੀ ਆਪਣੇ ਪੁੱਤਰ ਦੀ ਥਾਂ ਹੋਮ ਬਲੀ ਚੜਾਈ। ਅਬਰਾਹਮ ਨੇ ਉਸ ਥਾਂ ਦਾ ਨਾਂ ਪ੍ਰਭੂ ਆਪ ਪ੍ਰਬੰਧ ਕਰਦਾ ਹੈ ਰੱਖਿਆ। ਅੱਜ ਤੱਕ ਲੋਕ ਕਹਾਵਤ ਦੇ ਤੌਰ ਤੇ ਕਹਿੰਦੇ ਹਨ, ਪ੍ਰਭੂ ਆਪਣੇ ਪਹਾੜ ਤੇ ਆਪ ਪ੍ਰਬੰਧ ਕਰਦਾ ਹੈ। ਪ੍ਰਭੂ ਆਪਣੇ ਸਵਰਗਦੂਤ ਦੇ ਦੁਆਰਾ ਸਵਰਗ ਤੋਂ ਅਬਰਾਹਮ ਨਾਲ ਬੋਲਿਆ, ਮੈਂ ਆਪਣੇ ਨਾਂ ਦੀ ਸਹੁੰ ਖਾ ਕੇ ਤੈਨੂੰ ਇਹ ਵਚਨ ਦਿੰਦਾ ਹਾਂ ਕਿਉਂਕਿ ਤੂੰ ਮੇਰੇ ਲਈ ਆਪਣੇ ਇਕਲੌਤੇ ਪੁੱਤਰ ਦਾ ਸਰਫਾ ਤੱਕ ਨਾ ਕੀਤਾ। ਮੈਂ ਤੈਨੂੰ ਅਸੀਸ ਦੇਵਾਂਗਾ ਅਤੇ ਤੇਰੇ ਵੰਸ਼ ਨੂੰ ਇੰਨਾ ਵਧਾਵਾਂਗਾ ਜਿੰਨੇ ਆਕਾਸ਼ ਦੇ ਤਾਰੇ ਹਨ। ਉਹਨਾਂ ਦੀ ਗਿਣਤੀ ਸਮੁੰਦਰ ਦੇ ਕੰਢੇ ਤੇ ਪਈ ਰੇਤ ਦੇ ਕਿਣਕਿਆਂ ਜਿੰਨੀ ਹੋਵੇਗੀ।
ਤੇਰੀ ਸੰਤਾਨ ਆਪਣੇ ਵੈਰੀਆਂ ਦੇ ਵਿਰੁੱਧ ਜਿੱਤ ਪ੍ਰਾਪਤ ਕਰੇਗੀ। ਤੇਰੇ ਵੰਸ਼ ਦੁਆਰਾ ਹੀ ਸੰਸਾਰ ਦੀਆਂ ਸਭ ਕੌਮਾਂ ਅਸੀਸ ਪ੍ਰਾਪਤ ਕਰਨਗੀਆਂ, ਕਿਉਂਕਿ ਤੂੰ ਮੇਰੀ ਆਗਿਆ ਦੀ ਪਾਲਣਾ ਕੀਤੀ ਹੈ। ਫਿਰ ਅਬਰਾਹਮ ਆਪਣੇ ਨੌਕਰਾਂ ਕੋਲ ਚਲਾ ਗਿਆ ਅਤੇ ਉਹ ਲੋਕ ਬੇਰਸ਼ੇਬਾ ਵੱਲ ਚਲੇ ਗਏ, ਜਿੱਥੇ ਅਬਰਾਹਮ ਵਸ ਗਿਆ। ਆਮੀਨ। ਇੱਥੇ ਅਬਰਾਹਮ ਵਸ ਗਿਆ। ਆਮੀਨ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇਹ ਦੋ ਚੀਜ਼ਾਂ ਦੇਖਦੇ ਪਏ ਜਿਹੜੀਆਂ ਮੇਨ ਆ, ਜਿਨ੍ਹਾਂ ਨੂੰ ਅਸੀਂ ਦੋ ਚੀਜ਼ਾਂ ਨੂੰ ਅੱਜ ਦੇਖਾਂਗੇ ਸਰ। ਕਿ ਸਭ ਤੋਂ ਪਹਿਲਾਂ ਜਿਸ ਲਈ ਪ੍ਰਭੂ ਨੇ ਅਬਰਾਹਮ ਨੂੰ ਆਵਾਜ਼ ਦਿੱਤੀ ਆ, ਤਾਂ ਉਸਨੇ ਇਹ ਕਿਹਾ ਕਿ ਪਰਮੇਸ਼ਰ ਨੇ ਆਪਣੇ ਪੁੱਤਰ ਇਸਹਾਕ ਨੂੰ, ਜਿਸ ਨੂੰ ਤੂੰ ਬਹੁਤ ਪਿਆਰ ਕਰਦਾ ਹੈ, ਲੈ ਕੇ ਮੋਰੀਆ ਦੀ ਧਰਤੀ ਤੇ ਜਾ। ਮੈਂ ਤੈਨੂੰ ਪਹਾੜ ਦਿਖਾਵਾਂਗਾ ਜਿੱਥੇ ਤੂੰ ਉਸਨੂੰ ਹੋਮ ਬਲੀ ਦੇ ਰੂਪ ਦੇ ਵਿੱਚ ਚੜਾ। ਜਿਹੜੀ ਸਭ ਤੋਂ ਵੱਡੀ ਚੀਜ਼ ਆ ਉਹ ਹੈ ਜਿਸ ਨੂੰ ਤੂੰ ਬਹੁਤ ਪਿਆਰ ਕਰਦਾ, ਜਿਸ ਨੂੰ ਤੂੰ ਬਹੁਤ ਪਿਆਰ ਕਰਦਾ। ਕਿਉਂਕਿ ਜਿਸ ਵੇਲੇ ਅਸੀਂ ਯਹੂਨਾ ਦਾ ਤੀਸਰਾ ਭਾਗ ਪੜ੍ਹਦੇ ਹਾਂ, ਬੇਸਿਕਲੀ ਪਹਿਲੇ 3 ਚੈਪਟਰ ਜੌਨ ਦੇ ਜਿਸ ਲਈ ਅਸੀਂ ਪੜ੍ਹਦੇ ਹਾਂ, ਤੇ ਜਿਹੜੀ ਸ਼ਬਦਾਵਲੀ ਆ ਉਹ ਉਲਟ ਆ। ਔਰ ਇਸ ਨੂੰ ਅਸੀਂ ਅੱਗੇ ਜਾ ਕੇ ਦੇਖਦੇ ਹਾਂ, ਜਿਸ ਨੂੰ ਤੂੰ ਬਹੁਤ ਪਿਆਰ ਕਰਦਾ, ਕਿਉਂਕਿ ਪ੍ਰਭੂ ਦੇਣ ਕੀ ਜਾ ਰਿਹਾ ਉਸ ਦੇ ਵਿੱਚ, ਜਿਸ ਨੂੰ ਉਹ ਬਹੁਤ ਪਿਆਰ ਕਰਦਾ। ਰਾਈਟ। ਸੋ ਇੱਥੇ ਅਸੀਂ ਇਹ ਦੇਖਦੇ ਹਾਂ ਕਿ ਪਰਮੇਸ਼ਰ ਆਪਣੇ ਇਕਲੌਤੇ ਪੁੱਤਰ, ਦੇਖੋ ਕਿਸ ਤਰ੍ਹਾਂ ਉਸਨੇ ਕਿਹਾ, ਆਪਣੇ ਇਕਲੌਤੇ ਪੁੱਤਰ ਇਸਹਾਕ ਨੂੰ, ਜਿਸ ਨੂੰ ਤੂੰ ਬਹੁਤ ਪਿਆਰ ਕਰਦਾ ਹੈ, ਲੈ ਕੇ ਮੋਰੀਆ ਦੀ ਧਰਤੀ ਤੇ ਜਾ। ਉੱਥੇ ਮੈਂ ਤੈਨੂੰ ਇੱਕ ਪਹਾੜ ਦਿਖਾਵਾਂਗਾ, ਜਿੱਥੇ ਤੂੰ ਉਸਨੂੰ ਹੋਮ ਬਲੀ ਦੇ ਰੂਪ ਦੇ ਵਿੱਚ ਚੜਾਉਣਾ। ਅਗਲੇ ਹੀ ਸਵੇਰੇ ਨਾ, ਇਹ ਬਹੁਤ ਧਿਆਨ ਦੇ ਵਿੱਚ ਰੱਖਣ ਵਾਲੀ ਗੱਲ। ਪਹਿਲਾਂ ਜਿਸ ਲਈ ਪ੍ਰਭੂ ਨੇ ਆਵਾਜ਼ ਦਿੱਤੀ ਸੀ ਤਾਂ ਉਹ 60 ਸਾਲਾਂ ਦਾ ਸੀ, 75 ਸਾਲਾਂ ਦਾ ਹੋ ਕੇ ਤੁਰਿਆ। ਅਗਲੀ ਵਾਰੀ ਜਿਸ ਵੇਲੇ ਪ੍ਰਭੂ ਨੇ ਉਸਨੂੰ ਕੁਛ ਕਰਨ ਦੇ ਲਈ ਉਸਨੂੰ ਕਿਹਾ ਕਿ ਮੈਂ ਤੈਨੂੰ ਸੰਤਾਨ ਦਊਂਗਾ, ਤੂੰ ਬਾਹਰ ਜਾ ਕੇ ਤਾਰਿਆਂ ਨੂੰ ਗਿਣ, ਤਾਂ ਉਸਨੇ ਪ੍ਰਭੂ ਤੇ ਵਿਸ਼ਵਾਸ ਕੀਤਾ ਔਰ ਪ੍ਰਭੂ ਨੇ ਉਸਨੂੰ ਉਚਿਤ ਠਹਿਰਾਇਆ। ਲੇਕਿਨ ਜਿਸ ਵੇਲੇ ਘਰ ਆਇਆ ਤੇ ਘਰ ਆ ਕੇ ਉਸਨੂੰ ਸਾਰਾ ਨੇ ਕਿਹਾ ਕਿ ਦੇਖ, ਤੈਨੂੰ ਉਸਨੇ ਸੰਤਾਨ ਦੇਣੀ, ਉਸਨੇ ਮੇਰਾ ਨਾਂ ਥੋੜ੍ਹਾ ਲਿਆ। ਸੋ ਤੂੰ ਮੇਰੇ ਲਈ, ਜਿਹੜਾ ਸਾਡੇ ਕਾਨੂੰਨ ਆ, ਜੋ ਸਾਡੇ ਰਿਵਾਜ ਆ, ਉਹਦੇ ਅਨੁਸਾਰ ਤੂੰ ਮੇਰੇ ਲਈ, ਮੇਰੀ ਦਾਸੀ ਜੋ ਮੇਰੀ ਪ੍ਰਾਪਰਟੀ ਆ, ਤੋ ਸੰਤਾਨ ਪੈਦਾ ਕਰਕੇ ਮੈਨੂੰ ਦੇ। ਸੋ ਉਸਨੇ ਸਾਰਾ ਦੀ ਉਹ ਗੱਲ ਮੰਨ ਲਈ। ਸੋ ਉੱਥੋਂ ਇਸ਼ਮਾਇਲ ਪੈਦਾ ਹੋਇਆ। ਉਸ ਤੋਂ ਬਾਅਦ ਪ੍ਰਭੂ ਆਇਆ, ਪ੍ਰਭੂ ਨੇ ਆ ਕੇ ਉਸਦਾ ਨਾਮ ਬਦਲਿਆ, ਉਸ ਨਾਲੇ ਸਾਰਾ ਦਾ ਨਾਮ ਬਦਲਿਆ। ਔਰ ਨਾਮ ਬਦਲ ਕੇ ਉਸਨੇ ਉਸਦਾ ਨਾਂ ਅਬਰਾਹਮ ਤੇ ਉਸਦਾ ਨਾਂ ਸਰਾਈ ਤੋਂ ਸਾਰਾ ਕੀਤਾ। ਔਰ ਫਿਰ ਉਹਨਾਂ ਤੋਂ ਇੱਕ ਸੰਤਾਨ ਪੈਦਾ ਹੋਈ। ਔਰ ਹੁਣ ਪ੍ਰਭੂ ਫਿਰ ਉਸਦੇ ਕੋਲ ਆਇਆ ਔਰ ਹੁਣ ਅਬਰਾਹਮ ਨੇ ਕਿਸੇ ਤੋਂ ਕੁਛ ਨਹੀਂ ਪੁੱਛਿਆ। ਯਾਨੀ ਕਿ ਸਟੈਪ ਬਾਏ ਸਟੈਪ ਉਹ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ। ਔਰ ਇੱਥੇ ਈਵਨ ਦੋ ਕਿ ਉਹਦੇ ਲਈ ਇੱਕ ਬਹੁਤ ਵੱਡੀ ਉਹ ਘੜੀ ਆ ਕਿ ਜਿਸ ਨੂੰ ਕੋਈ ਵੀ ਨਾ ਕਰ ਦੇ, ਇੱਕ ਵੱਡਾ ਇਮਤਿਹਾਨ ਉਹਦੇ ਲਈ। ਲੇਕਿਨ ਉਹ ਸਵੇਰੇ ਉੱਠਿਆ, ਉਸਨੇ ਆਪਣੇ ਪੁੱਤਰ ਨੂੰ ਲਿਆ, ਉਸਨੇ ਗਧੇ ਤੇ ਲੱਕੜਾਂ ਰੱਖੀਆਂ, ਨੌਕਰ ਨਾਲ ਲਏ ਤੇ ਤੁਰ ਪਿਆ ਔਰ ਅੱਗ ਲਈ। ਔਰ ਜਿਸ ਵੇਲੇ ਉਹ ਰਸਤੇ ਦੇ ਵਿੱਚ ਜਾ ਰਹੇ ਆ ਤੇ ਉੱਥੇ ਉਹ ਤੀਸਰੇ ਦਿਨ ਪਹੁੰਚ ਗਏ। ਠੀਕ, ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸਾਰੀਆਂ ਨਵੇਂ ਨਿਯਮ ਦੇ ਵਿੱਚ ਅਸੀਂ ਜਾ ਕੇ ਪੜ੍ਹਨੀਆਂ। ਤੀਸਰੇ ਦਿਨ ਉਹ ਉੱਥੇ ਪਹੁੰਚ ਗਏ ਤਾਂ ਅਬਰਾਹਮ ਨੇ ਆਪਣੇ ਨੌਕਰ ਨੂੰ ਕਿਹਾ, ਤੂੰ ਇੱਥੇ ਗਧੇ ਦੇ ਨਾਲ ਠਹਿਰੋ, ਮੈਂ ਤੇ ਮੁੰਡਾ ਅੱਗੇ ਜਾਂਦੇ ਹਾਂ, ਅਸੀਂ ਪਰਮੇਸ਼ਰ ਦੀ ਉਪਾਸਨਾ ਕਰਕੇ ਵਾਪਸ ਮੁੜ।
क्यों प्रभु ने उसनू इन्नी दूर घल्लिया, असीं अगली वारी मैप देखांगे। क्योंकि जिस वेले ਜਿਹੜੀ ਗੁਲਗੱਥਾ ਦੀ ਜਿੱਥੇ ਪ੍ਰਭੂ ਯਿਸੂ ਮਸੀਹ ਨੂੰ ਖੋਪੜੀ ਨਾਂ ਦੀ ਜਗ੍ਹਾ ਦੇ ਉੱਤੇ ਜਿੱਥੇ ਉਹਨਾਂ ਨੂੰ ਸਲੀਬੀ ਮੌਤ ਦਿੱਤੀ ਗਈ ਸੀ, ਉਸ ਚੋਟੀ ਤੇ ਖੜੇ ਹੋ ਕੇ ਤੁਸੀਂ ਉਸ ਪਹਾੜੀ ਨੂੰ ਦੇਖ ਸਕਦੇ ਆ ਜਿਹੜੀ ਸਿਰਫ 5 ਕਿਲੋਮੀਟਰ ਦੂਰ, ਜਿੱਥੇ ਅਬਰਾਹਮ ਨੂੰ ਪ੍ਰਭੂ ਨੇ ਕਿਹਾ ਸੀ ਕਿਸ ਨੂੰ ਲੈ ਕੇ। ਔਰ ਇੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਅਬਰਾਹਮ ਨੇ, ਹੁਣ ਅਗਲੀ ਜਿਹੜੀ ਚੀਜ਼ ਮੇਨ ਆਉਂਦੀ ਪਈ, ਅਬਰਾਹਮ ਨੇ ਲੱਕੜਾਂ ਮੁੰਡੇ ਨੂੰ ਚੁਕਾ ਦਿੱਤੀਆਂ ਅਤੇ ਛੁਰੀ ਤੇ ਅੱਗ ਫੜ ਲਈ ਅਤੇ ਫਿਰ ਦੋਵੇਂ ਬਲੀ ਦੀ ਥਾਂ ਦੇ ਵੱਲ ਨੂੰ ਵਧਣ ਲੱਗ ਪਏ। ਇਸਹਾਕ ਨੇ ਆਪਣੇ ਪਿਓ ਨੂੰ ਕਿਹਾ, ਪਿਤਾ ਜੀ। ਅਬਰਾਹਮ ਨੇ ਕਿਹਾ, ਹਾਂ ਮੇਰੇ ਪੁੱਤਰ। ਇਸਹਾਕ ਨੇ ਕਿਹਾ, ਸਾਡੇ ਕੋਲ ਅੱਗ ਤਾਂ ਲੱਕੜਾਂ ਤਾਂ ਹਨ, ਪਰ ਹੋਮ ਬਲੀ ਦੇ ਲਈ ਲੇਲਾ ਕਿੱਥੇ ਹੈ? ਅਬਰਾਹਮ ਨੇ ਉੱਤਰ ਦਿੱਤਾ, ਮੇਰੇ ਪੁੱਤਰ, ਪਰਮੇਸ਼ਰ ਆਪ ਹੋਮ ਬਲੀ ਦੇ ਲਈ ਲੇਲਾ ਦੇਵੇਗਾ। ਔਰ ਇਸ ਤਰ੍ਹਾਂ ਗੱਲਾਂ ਕਰਦੇ ਹੋਏ ਉਹ ਅੱਗੇ ਵਧਦੇ ਗਏ। ਪ੍ਰਭੂ ਦੇ ਉੱਤੇ ਇੱਕ ਵਿਸ਼ਵਾਸ ਕਿ ਜਿਹਨੇ ਇਸ ਨੂੰ ਜਨਮ ਦਿੱਤਾ ਉਹ ਇਸ ਨੂੰ ਜਿਉਂਦਾ ਰੱਖ ਸਕਦਾ। ਇਹ ਟੈਸਟ ਮੇਰਾ ਆ, ਇਹਦਾ ਨਹੀਂ। ਔਰ ਇਹ ਗੱਲਾਂ ਕਰਦੇ ਉਹ ਅੱਗੇ ਵਧਦੇ ਚਲੇ। ਪਰ ਜਿਹੜੀਆਂ ਦੋ ਚੀਜ਼ਾਂ ਅਸੀਂ ਮੇਨ ਇਹਦੇ ਵਿੱਚ ਅੱਜ ਦੇਖੀਆਂ ਕਿ ਪ੍ਰਭੂ ਕਿੱਦਾਂ ਉਸਦਾ ਸਹਾਰਾ ਬਣਦਾ ਆ ਰਿਹਾ, ਜਿਸ ਲਈ ਪ੍ਰਭੂ ਨੇ ਉਸਨੂੰ ਅਵੇ ਮਲਕ ਦੇ ਨਾਲ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਦਿਖਾਇਆ ਕਿ ਦੇਖ ਮੈਂ ਤੇਰੇ ਨਾਲ ਕਿੱਦਾਂ ਮੈਂ ਤੇਰੇ ਨਾਲ ਖੜਾ ਹਾਂ। ਤਾਂ ਉਸਦੇ ਦਿਲ ਦੇ ਵਿੱਚ ਪ੍ਰਭੂ ਦੇ ਲਈ ਇੱਕ ਸ਼ੁਕਰਗੁਜ਼ਾਰੀ ਵੱਧਦੀ ਜਾ ਰਹੀ ਹੈ। ਉਹ ਹੁਣ ਮੁਸੀਬਤਾਂ ਨੂੰ ਨਹੀਂ ਦੇਖਦਾ ਪਿਆ, ਉਹ ਸ਼ੁਕਰਗੁਜ਼ਾਰੀਆਂ ਨੂੰ ਦੇਖਦਾ ਪਿਆ। ਔਰ ਉਹ ਦੇਖਦਾ ਪਿਆ ਕਿ ਜਿਸ ਪ੍ਰਭੂ ਨੇ ਮੇਰੇ ਨਾਲ ਇੱਥੇ ਤੱਕ ਰਿਹਾ, ਤੇ ਮੈਂ ਉਸਨੂੰ ਕਿਹਾ ਜਿਸ ਵੇਲੇ ਉਸਨੇ ਸਾਦਮ ਤੇ ਗਮੋਰਾ ਦੇ ਉੱਤੇ ਆਪਣੀ ਅੱਗ ਕੱਲੀ, ਉਹਨਾਂ ਦੇ ਉੱਤੇ ਆਪਣੀ ਸਜ਼ਾ ਕੱਲੀ, ਤੇ ਮੈਂ ਉਸਦੇ ਅੱਗੇ ਬੇਨਤੀ ਕੀਤੀ ਤਾਂ ਉੱਥੇ ਵੀ ਉਸਨੇ ਮੇਰੇ ਭਤੀਜੇ ਲੂਤ ਦਾ ਖਾਨਦਾਨ ਨੂੰ ਬਚਾਇਆ। ਉੱਥੇ ਵੀ ਉਸਨੇ ਮੇਰੀ ਦੁਆ ਸੁਣੀ ਤੇ ਉੱਥੇ ਉਸਨੇ ਸ਼ੋਆਰ ਪਿੰਡ ਦੇ ਲੋਕਾਂ ਨੂੰ ਬਚਾਇਆ। ਔਰ ਫਿਰ ਜਿਸਲੇ ਮੈਂ ਉੱਥੋਂ ਮੈਨੂੰ ਗਰਾਰ ਦੇ ਇਲਾਕੇ ਦੇ ਵਿੱਚ ਆ ਕੇ ਬਸਣਾ ਪਿਆ, ਜਿੱਥੇ ਜੈਫਤ ਦੇ ਖਾਨਦਾਨ ਦਾ ਰਾਜਾ ਅਬੀਮਲਕ ਰਾਜ ਕਰਦਾ ਪਿਆ, ਤੇ ਜਿਸਲੇ ਮੈਂ ਇੱਥੇ ਆਇਆ ਤੇ ਇੱਥੇ ਵੀ ਪ੍ਰਭੂ ਨੇ ਮੈਨੂੰ ਸਥਾਪਿਤ ਕੀਤਾ। ਉਹਨੇ ਸਿਰਫ ਮੈਨੂੰ ਰਹਿਣ ਨੂੰ ਜਗ੍ਹਾ ਨਹੀਂ ਦਿੱਤੀ, ਉਸਨੇ ਉਸ ਰਾਜਾ ਦੀਆਂ ਅੱਖਾਂ ਦੇ ਵਿੱਚ ਮੈਨੂੰ ਸਥਾਪਿਤ ਕੀਤਾ। ਔਰ ਮੈਨੂੰ ਅਬੀਮਲਕ ਦੇ ਨਾਲ ਸੰਧੀ ਕਰਨ ਦੇ ਲਈ ਨਹੀਂ ਜਾਣਾ ਪਿਆ, ਅਬੀਮਲਕ ਮੇਰੇ ਨਾਲ ਸੰਧੀ ਕਰਨ ਦੇ ਲਈ ਆਇਆ। ਪ੍ਰਭੂ ਦਾ ਸਹਾਰਾ, ਪ੍ਰਭੂ ਦਾ ਰਹਿਮ ਮੇਰੇ ਨਾਲ ਬਣਿਆ ਹੈ। ਲੇਕਿਨ ਜਿਹੜੀ ਉਹ ਮੰਗ ਕਰਦਾ ਪਿਆ, ਉਹ ਕੋਈ ਏਡੀ ਵੱਡੀ ਚੀਜ਼ ਨਹੀਂ ਮੇਰੇ ਤੋਂ ਮੰਗਦਾ ਕਿ ਜਿਹਨੂੰ ਉਹ ਮੁੜ ਕੇ ਪੈਦਾ ਨਾ ਕਰ ਸਕੇ। ਜੇ ਉਸਨੇ 100 ਸਾਲ ਦੀ ਉਮਰ ਦੇ ਵਿੱਚ ਮੇਰੇ ਲਈ ਬੱਚਾ ਪੈਦਾ ਕਰ ਦਿੱਤਾ, ਹੋਰ ਪ੍ਰਭੂ ਕੀ ਕੁਛ ਨਹੀਂ ਕਰ ਸਕਦਾ। ਸੋ ਹੁਣ ਅਸੀਂ ਇਸੇ ਕਰਕੇ ਅਬਰਾਹਮ ਨੂੰ ਪਰਮੇਸ਼ਵਰ ਦਾ ਮਿੱਤਰ ਕਿਹਾ, ਵਿਸ਼ਵਾਸ ਦੇ ਕਰਕੇ। ਔਰ ਵਿਸ਼ਵਾਸ ਦੇ ਕਰਕੇ ਜਿਸ ਲਈ ਉਹ ਪ੍ਰਭੂ ਦੀ ਹਜ਼ੂਰੀ ਉਹ ਕਿਸੇ ਚੀਜ਼ ਤੋਂ ਇੱਥੇ ਨਾ ਨਹੀਂ ਕਰਦਾ ਪਿਆ। ਔਰ ਪ੍ਰਭੂ ਜਿੱਦਾਂ ਪ੍ਰਭੂ ਉਸ ਨੂੰ ਲੀਡ ਕਰਦਾ ਪਿਆ, ਉਹਦੇ ਹਿਸਾਬ ਦੇ ਨਾਲ ਉਹ ਲੀਡ ਹੋ ਰਿਹਾ। ਹੁਣ ਅੰਤ ਇਹ ਆ ਗਿਆ ਕਿ ਜਿੱਥੇ ਉਹ ਅੱਗੇ ਹਰੇਕ ਚੀਜ਼ ਦੇ ਲਈ ਰੀਜ਼ਨ ਬਣਾ ਲੈਂਦਾ ਸੀ, ਰਸਤਾ ਕੱਢ ਲੈਂਦਾ ਸੀ, ਹੁਣ ਉਸਨੇ ਉਹ ਰਸਤੇ ਕੱਢਣੇ ਬੰਦ ਕਰ ਦਿੱਤੇ। ਰਾਤ ਦੇ ਵੇਲੇ ਪ੍ਰਭੂ ਉਹਦੇ ਕੋਲ ਆਇਆ, ਸਵੇਰ ਨੂੰ ਉੱਠ ਕੇ ਉਹ ਤੁਰ ਪਿਆ। This was it. ਅੱਜ ਦੇ ਲਈ ਜਿਹੜੀ ਮੇਨ ਚੀਜ਼ ਆ ਉਹ ਇਹੋ ਹੀ ਆ ਕਿ ਰਾਤ ਦੇ ਵੇਲੇ ਪ੍ਰਭੂ ਉਸਦੇ ਕੋਲ ਆਇਆ ਤੇ ਸਵੇਰ ਨੂੰ ਉੱਠ ਕੇ ਅਬਰਾਹਮ ਤੁਰ ਪਿਆ। ਸੋ ਬਾਕੀ ਆਪਾਂ ਟਿਊਜ਼ਡੇ ਵਾਲਾ ਸਾਰਾ ਦਿਨ ਇਸ 22ਵੇਂ ਚੈਪਟਰ ਦੇ ਉੱਤੇ ਪਹਿਲੀਆਂ 19 ਆਇਤਾਂ ਦੇ ਉੱਤੇ ਲਾਵਾਂਗੇ। ਅਸੀਂ 1-2 ਮੂਵੀ ਦੇ ਹਿੱਸੇ ਵੀ ਦੇਖਾਂਗੇ।
ਔਰ ਉਸ ਦੇ ਨਾਲ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਾਂਗੇ। Let us pray. ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੇਰੀ ਦਇਆ, ਤੇਰੀ ਰਹਿਮ, ਤੇਰੇ ਪਿਆਰ ਦੇ ਲਈ। ਤੂੰ ਮਹਾਨ ਪਰਮੇਸ਼ਵਰ ਆ, ਤੂੰ ਦਿਆਲੂ ਆ, ਤੂੰ ਕਿਰਪਾਲੂ ਆ। ਖੁਦਾਵੰਦ, ਇਸ ਚੈਪਟਰ ਦੇ ਵਿੱਚ ਬਹੁਤ ਕੁਝ ਛੁਪਿਆ ਆ ਜੋ ਤੂੰ ਪ੍ਰਭੂ ਜੀ ਸਾਡੇ ਲਈ ਰੱਖਿਆ ਆ। ਇਹ ਤਾਂ ਖੁਦਾਵੰਦ ਸਾਰੇ ਜਹਾਨ ਦੀ ਬਰਕਤ ਆ ਇਹ ਚੈਪਟਰ ਦਾ। ਪਰ ਖੁਦਾਵੰਦ ਅਸੀਂ ਤੇਰੇ ਵਚਨ 'ਚ ਦੇਖਿਆ ਕਿ ਕਿਸ ਤਰ੍ਹਾਂ ਤੂੰ ਆਪਣੇ ਬੰਦਿਆਂ ਨੂੰ ਬਚਾਉਣਾ, ਕਿਸ ਤਰ੍ਹਾਂ ਤੂੰ ਉਹਨਾਂ ਦੇ ਪੈਰਾਂ ਨੂੰ ਬੰਨ੍ਹਦਾ, ਉਹਨਾਂ ਦੇ ਲਈ ਅੱਗੇ ਪਿੱਛੇ ਪ੍ਰਭੂ ਜੀ ਤੂੰ ਤੇਰੀ ਸੰਭਾਲ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਉਹ ਕਿਤੇ ਜਾਣ ਪ੍ਰਭੂ ਜੀ ਉੱਥੇ ਤੂੰ ਆਪ ਹੋਣਾ। ਤੇਰੀ ਨਜ਼ਦੀਕੀ ਪ੍ਰਭੂ ਜੀ ਤੇਰੇ ਲੋਕਾਂ ਨੂੰ ਮਿਲਦੀ ਹੈ। इन सब चीजों के लिए ਅਸੀਂ ਤੇਰਾ ਸ਼ੁਕਰ ਕਰਦੇ ਪਿਆਰੇ ਪ੍ਰਭੂ। ਤੇਰੀ ਕਿਰਪਾ ਦੇ ਵਿੱਚ ਅਸੀਂ ਆਪਣੇ ਆਪ ਨੂੰ ਛੁਪਾਉਂਦੇ ਹਾਂ ਔਰ ਆਪਣੇ ਬਾਕੀ ਦੇ ਨੂੰ ਛੁਪਾਉਂਦੇ। ਤੇਰੀ ਕੁਦਰਤ ਸਾਡੇ ਸਭ ਦੇ ਨਾਲ ਬਣੀ ਰਹੇ, ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ ਰਹੇ, ਤੇਰੀ ਰਾਖੀ ਸਾਡੇ ਸਭ ਦੇ ਨਾਲ ਬਣੀ ਰਹੇ। ਆਪਣੇ ਸ਼ਰੀਰਾਂ ਨੂੰ ਪ੍ਰਭੂ ਜੀ ਤੇਰੇ ਹੱਥਾਂ 'ਚ ਦਿੰਦੇ ਹਾਂ। ਤੰਦਰੁਸਤੀ ਪ੍ਰਭੂ ਜੀ ਮੈਂ ਆਪਣੇ ਆਪ ਦੇ ਲਈ ਔਰ ਆਪਣੇ ਭੈਣਾਂ ਭਰਾਵਾਂ ਦੇ ਲਈ ਮੰਗਦਾ। ਇਸੇ ਤਰ੍ਹਾਂ ਪ੍ਰਭੂ ਜੀ ਤੇਰਾ ਪਿਆਰ ਜੋ ਸਾਡੇ ਨਾਲ ਬਣਿਆ ਰਹਿੰਦਾ, ਤੇਰੀ ਸ਼ਾਂਤੀ, ਤੇਰਾ ਆਰਾਮ, ਤੇਰੀ ਦਇਆ ਪ੍ਰਭੂ ਜੀ ਸਾਡੇ ਮਨ ਦੇ ਲਈ ਔਰ ਸਾਡੀ ਆਤਮਾ ਦੇ ਲਈ, ਮੈਂ ਆਪਣੇ ਆਪ ਦੇ ਲਈ ਔਰ ਆਪਣੇ ਭੈਣਾਂ ਭਰਾਵਾਂ ਦੇ ਲਈ ਤੇਰਾ ਰਹਿਮ ਸਾਡੇ ਸਭ ਦੇ ਨਾਲ ਬਣਿਆ ਰਹੇ, ਤੇਰੀ ਕਿਰਪਾ ਸਾਡੇ ਸਭ ਦੇ ਨਾਲ ਬਣੀ ਰਹੇ। ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ ਤੇਰੀ ਨਿਗਾਹਬਾਨੀ ਸਾਨੂੰ ਸਭ ਨੂੰ ਸੰਭਾਲਦੀ ਰਹੇ। ਅਸੀਂ ਯਿਸੂ ਦੇ ਮਿੱਠੇ ਆਮੀਨ। ਅੱਛਾ, 22ਵੇਂ ਚੈਪਟਰ ਦੇ ਉੱਤੇ ਲਿਖ ਲਓ ਕਿ ਜਿਹੜਾ ਨੂਹ ਦਾ ਪੜਪੋਤਾ ਸੀ ਜਿਸ ਦਾ ਨਾਂ ਸੇਲਾ ਸੀ, ਉਸਦੀ ਮੌਤ ਇੱਥੇ ਹੋਈ। ਔਰ ਹਾਲੇ ਨੂਹ ਦਾ ਪੁੱਤਰ ਸ਼ੈਮ ਜਿਹੜਾ ਜਿਸਨੇ ਉਸ ਬੇੜੀ ਦੇ ਵਿੱਚ ਜਿਹੜਾ ਰਿਹਾ ਆ, ਉਹ ਜਿਹੜਾ ਪਹਿਲੇ ਸਮੇਂ ਤੋਂ ਜਾਣੀ ਕਿ ਜਿਹੜਾ ਫਲੱਡ ਤੋਂ ਪਹਿਲਾਂ ਤੇ ਫਲੱਡ ਤੋਂ ਬਾਅਦ ਜਿਸਨੇ ਪਹਿਲੀ ਦੁਨੀਆ ਵੀ ਦੇਖੀ ਆ, ਜਿਹੜੀ ਨਵੀਂ ਦੁਨੀਆ ਨੂੰ ਵੀ ਵੱਧਦਾ ਦਿਖਦਾ ਪਿਆ, ਉਹ ਹਾਲੇ ਜਿੰਦਾ, ਉਹਦੀ ਮੌਤ ਹਾਲੇ। ਪਰ ਜਿਹੜਾ ਸੇਲਾ ਆ, ਇਹ ਅਸੀਂ ਪੜ੍ਹਦੇ ਹਾਂ ਉਸਦੇ ਬਾਰੇ, 9ਵਾਂ ਨੰਬਰ ਉਸਦਾ 11ਵੇਂ ਭਾਵ ਦੇ ਵਿੱਚ ਅਸੀਂ ਦੇਖਦੇ ਪਏ ਹਾਂ ਕਿ ਸ਼ੇਮ ਦਾ ਵੰਸ਼ ਆ ਕਿ ਨੋਹਾ ਦਾ ਪੁੱਤਰ ਸ਼ੇਮ ਆ ਔਰ ਉਸਦੇ ਘਰ ਅਰਫਸ਼ਦ ਨੇ ਜਨਮ ਲਿਆ। ਉਸ ਤੋਂ ਬਾਅਦ ਸ਼ੇਮ 100 ਸਾਲ ਤੱਕ ਜਿੰਦਾ ਰਿਹਾ, ਉਸਦੇ ਹੋਰ ਪੁੱਤਰ ਧੀਆਂ ਸਨ। ਔਰ ਜਿਹੜਾ ਸ਼ੇਮ ਦਾ ਅਰਫਸ਼ਦ ਦਾ ਜਿਹੜਾ ਪੁੱਤਰ ਆ, ਉਸਦਾ ਨਾਂ ਸੇਲਾ ਹੈ। ਸੋ ਇਹ ਉਸਦਾ ਪੜਪੋਤਾ ਹੈ। ਔਰ ਸੇਲਾ ਜਨਮ ਦੇ ਪਿੱਛੋਂ 403 ਸਾਲਾਂ ਤੱਕ ਜਿਉਂਦਾ ਰਿਹਾ। ਸੋ ਉਸਦੀ ਮੌਤ ਇੱਥੇ ਆ ਕੇ ਹੋਈ। ਸੋ ਇਹ ਸਾਰੇ ਲੋਕ ਇਹਨਾਂ ਨੂੰ ਦੱਸ ਸਕਦੇ ਆ, ਇੱਥੋਂ ਇਹ ਪਤਾ ਲੱਗਦਾ ਕਿ ਇਟ ਇਜ਼ ਨਾਟ ਇੱਕ ਤੇ ਵੈਕਿਊਮ ਦੇ ਵਿੱਚ ਨਹੀਂ ਕਿਤੇ ਕੋਈ ਸਾਰੀਆਂ ਚੀਜ਼ਾਂ ਹੋਈਆਂ। ਇਹ ਚੀਜ਼ਾਂ ਜਿਹੜੀਆਂ ਜਿੰਨੀਆਂ ਵੀ ਹੋ ਰਹੀਆਂ ਹੈਗੀਆਂ, ਇੱਥੇ ਆਲੇ ਦੁਆਲੇ ਬਜ਼ੁਰਗੇ ਬੈਠੇ ਹੋਆ, ਉਹ ਉਹਨਾਂ ਨੂੰ ਬੱਚਿਆਂ ਨੂੰ ਦੱਸਦੇ ਪਏ ਆ। ਕੁਛ ਪ੍ਰਭੂ ਦੇ, ਕਈਆਂ ਦਾ ਧਿਆਨ ਪ੍ਰਭੂ ਦੇ ਵੱਲ ਹੈਗਾ, ਕਈਆਂ ਦਾ ਨਹੀਂ। ਸੋ ਈਵਨ ਇਸ ਲਾਈਨ ਦੇ ਵਿੱਚ ਕਈਆਂ ਦਾ ਧਿਆਨ ਪ੍ਰਭੂ ਦੇ ਵੱਲ ਹੈਗਾ, ਕਈਆਂ ਦਾ ਨਹੀਂ। ਸੋ ਜਿਹਨਾਂ ਦਾ ਧਿਆਨ ਪ੍ਰਭੂ ਦੇ ਵੱਲ ਆ, ਉਹ ਇੱਕ ਤਰ੍ਹਾਂ ਤੁਸੀਂ ਇਹ ਕਹਿ ਸਕਦੇ ਹੋ ਪਹਾੜਾਂ ਦੀਆਂ ਚੋਟੀਆਂ ਆ, ਜਿਹਨਾਂ ਦਾ ਨਹੀਂ ਉਹ ਵਾਦੀਆਂ। ਰਾਈਟ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਈਵਨ ਨੋਹਾ ਦੇ ਪੁੱਤਰਾਂ ਦੇ ਵਿੱਚੋਂ ਵੀ ਜਿਹੜੇ ਸਾਰੇ ਆ, ਉਹ ਸਾਰਿਆਂ ਦਾ ਧਿਆਨ ਜਿਹੜਾ ਉਹ ਦੁਨਿਆਵੀ ਚੀਜ਼ਾਂ ਤੇ ਲੱਗਾ, ਲੇਕਿਨ ਜਿਹੜਾ ਉਸਦਾ ਪੁੱਤਰ ਅਰਫਸ਼ਦ ਦਾ ਪੋਤਾ ਆ ਜਿਹੜਾ, ਉਸਦਾ ਧਿਆਨ ਪ੍ਰਭੂ ਦੇ ਵੱਲ ਲੱਗਾ ਹੈ। ਔਰ ਉਸ ਤੋਂ ਬਾਅਦ ਉਹ ਸਾਰੀ ਲਿਨੀਏਜ ਦੇ ਵਿੱਚ ਜਿਹੜਾ ਅਗਲਾ ਬੰਦਾ ਆਉਂਦਾ, ਉਹ ਅਬਰਾਹਮ, ਜਿਸ ਨੂੰ ਪ੍ਰਭੂ ਦੀ ਆਵਾਜ਼ ਆਈ ਹੈ। ਸੋ ਉਹ ਆਪਣੇ ਮਰਨ ਤੋਂ ਪਹਿਲਾਂ ਉਹ ਜਿਹੜੀ ਬਰਕਤ ਉਹ ਅਬਰਾਹਮ ਨੂੰ ਦੇ ਕੇ ਗਿਆ। ਹੁਣ ਇਸੇ ਤਰ੍ਹਾਂ ਉਹੀ ਅਬਰਾਹਮ ਨੇ ਆਪਣੀ ਬਰਕਤ ਆਪਣੇ ਪੁੱਤਰਾਂ ਨੂੰ ਦੇਣੀ ਹੈ, ਗਾਂ ਤੋਂ ਗਾਂ, ਗਾਂ ਤੋਂ ਗਾਂ, ਗਾਂ ਤੋਂ ਗਾਂ। So that's what we see. Bless you all. ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ, ਤੁਹਾਡੇ ਸਾਰੇ